أعوذ بالله من الشيطان الرجيم تلك الرسل فضلنا بعضهم على بعض منهم من كلم الله ورفع بعضهم درجات وآتينا عيسى ابن مريم البينات وأيدناه بروح القدس ولو شاء الله ما اقتتل الذين من بعدهم من بعد ما جاءتهم البينات ولكن اختلفوا فمنهم من آمن ومنهم من كفر ولو شاء الله ما اقتتلوا ولكن الله يفعل ما يريد ਅਸੀਂ ਇਹਨਾਂ ਰਸੂਲਾਂ ਵਿੱਚੋਂ ਕੁਝ ਨੂੰ ਕੁਝ ਤੇ ਵਡਿਆਈ ਦਿੱਤੀ ਹੈ। ਇਹਨਾਂ ਵਿੱਚੋਂ ਕੁਝ ਉਹ ਨੇ ਜਿਨ੍ਹਾਂ ਨਾਲ ਰੱਬ ਨੇ ਗੱਲ ਕੀਤੀ ਤੇ ਕੁਝ ਨੂੰ ਰੱਬ ਨੇ ਬਹੁਤ ਉੱਚਾ ਮਕਾਮ ਦਿੱਤਾ ਤੇ ਅਸੀਂ ਈਸਾ ਬਿਨ ਮਰੀਮ ਅਲੈਹਿਸਸਲਾਮ ਨੂੰ ਕਰਾਮਾਤ ਦਿੱਤੇ ਤੇ ਰੂਹੁਲ ਕੁਦਸ ਜਿਬਰੀਲ ਅਲੈਹਿਸਸਲਾਮ ਦੇ ਰਾਹੀਂ ਉਹਨਾਂ ਦੀ ਮਦਦ ਕੀਤੀ ਤੇ ਜੇ ਰੱਬ ਚਾਹੁੰਦਾ ਤੇ ਇਹਨਾਂ ਰਸੂਲਾਂ ਦੇ ਬਾਅਦ ਆਉਣ ਵਾਲੇ ਲੋਕੀ ਇਹਨਾਂ ਦੇ ਕੋਲ ਖੁੱਲੀਆਂ ਨਿਸ਼ਾਨੀਆਂ ਆ ਜਾਣ ਤੋਂ ਬਾਅਦ ਇੱਕ ਦੂਜੇ ਨਾਲ ਜੰਗ ਨਾ ਕਰਦੇ, ਪਰ ਉਹ ਝਗੜੇ ਵਿੱਚ ਪੈ ਗਏ ਤੇ ਇਹਨਾਂ ਵਿੱਚੋਂ ਕੁਝ ਈਮਾਨ ਲੈ ਆਏ ਤੇ ਕੁਝ ਨੇ ਕੁਫਰ ਦੀ ਰਾਹ ਫੜ ਲਈ ਤੇ ਜੇ ਰੱਬ ਚਾਹੁੰਦਾ ਤੇ ਉਹ ਲੋਕੀ ਇੱਕ ਦੂਜੇ ਨਾਲ ਜੰਗ ਨਾ ਕਰਦੇ, ਪਰ ਰੱਬ ਜੋ ਚਾਹੁੰਦਾ ਹੈ ਕਰਦਾ ਹੈ। يا أيها الذين آمنوا أنفقوا مما رزقناكم من قبل أن يأتي يوم لا بيع فيه ولا خلة ولا شفاعة والكافرون هم الظالمون اے ایمان والیو ਅਸੀਂ ਤੁਹਾਨੂੰ ਜਿਹੜੀ ਰੋਜ਼ੀ ਦਿੱਤੀ ਏ ਇਹਦੇ ਵਿੱਚੋਂ ਰੱਬ ਦੀ ਰਾਹ ਵਿੱਚ ਖਰਚ ਕਰੋ। ਉਹ ਦਿਨ ਆਉਣ ਤੋਂ ਪਹਿਲਾਂ ਜਦੋਂ ਨਾ ਕੁਝ ਵੇਚਿਆ ਜਾਵੇਗਾ ਤੇ ਨਾ ਕੁਝ ਖਰੀਦਿਆ ਜਾਵੇਗਾ ਤੇ ਨਾ ਕੋਈ ਦੋਸਤੀ ਕੰਮ ਆਵੇਗੀ ਤੇ ਨਾ ਕੋਈ ਸਿਫਾਰਿਸ਼ ਤੇ ਕੁਫਰ ਕਰਨ ਵਾਲੇ ਆਪਣੇ ਉੱਤੇ ਹੀ ਜ਼ੁਲਮ ਕਰਨ ਵਾਲੇ ਨੇ। الله لا إله إلا هو الحي القيوم لا تأخذه سنة ولا نوم له ما في السماوات وما في الأرض من ذا الذي يشفع عنده إلا بإذنه يعلم ما بين أيديهم وما خلفهم ولا يحيطون بشيء من علمه إلا بما شاء وسع كرسيه السماوات والأرض لا يؤوده حفظهما وهو العلي العظيم رب دے سوا کوئی عبادت دے لائق نہیں، ਉਹ ਹਮੇਸ਼ ਤੋਂ ਜਿਉਂਦਾ ਏ ਤੇ ਸਾਰੇ ਜਹਾਨ ਨੂੰ ਚਲਾਉਣ ਵਾਲਾ ਏ। ਉਹ ਨਾ ਅੱਖਾਂ ਮੀਟਦਾ ਏ ਤੇ ਨਾ ਉਹਨੂੰ ਨਿੰਦਰ ਆਂਦੀ। ਅਸਮਾਨਾਂ ਤੇ ਜ਼ਮੀਨਾਂ ਵਿੱਚ ਜੋ ਕੁਝ ਹੈ ਸਾਰਾ ਉਹਦਾ ਹੀ ਹੈ। ਕਿਹੜਾ ਏ ਜੋ ਉਹਦੇ ਹੁਜ਼ੂਰ ਵਿੱਚ ਉਹਦੀ ਇਜਾਜ਼ਤ ਦੇ ਬਗੈਰ ਕਿਸੇ ਲਈ ਸਿਫਾਰਿਸ਼ ਕਰੇ। ਉਹ ਸਾਰਾ ਉਹ ਕੁਝ ਜਾਣਦਾ ਏ ਜਿਹੜਾ ਲੋਕਾਂ ਦੇ ਸਾਹਮਣੇ ਤੇ ਉਹਨਾਂ ਦੇ ਪਿੱਛੇ ਵੇ ਤੇ ਲੋਕੀ ਉਹਦੇ ਇਲਮ ਵਿੱਚੋਂ ਕਿਸੇ ਵੀ ਸ਼ੈ ਨੂੰ ਘੇਰਾ ਨਹੀਂ ਪਾ ਸਕਦੇ ਸਿਵਾ ਓਨੀ ਮਿਕਦਾਰ ਦੇ ਜਿੰਨੀ ਉਹ ਚਾਹੁੰਦਾ ਹੈ। ਉਹਦੀ ਕੁਰਸੀ ਦੀ ਵਡਿਆਈ ਅਸਮਾਨਾਂ ਤੇ ਜ਼ਮੀਨ ਨੂੰ ਸ਼ਾਮਲ ਕਰਦੀ ਹੈ ਤੇ ਇਹਦੀ ਹਿਫਾਜ਼ਤ ਉਹਦੇ ਉੱਤੇ ਬੋਝ ਨਹੀਂ। ਉਹੀ ਉੱਚਾ ਤੇ ਸ਼ਾਨ ਵਾਲਾ ਹੈ। لا إكراه في الدين قد تبين الرشد من الغي فمن يكفر بالطاغوت ويؤمن بالله فقد استمسك بالعروة الوثقى لا انفصام لها والله سميع عليم دین ਵਿੱਚ ਦਾਖਲ ਹੋਣ ਲਈ ਕਿਸੇ ਨੂੰ ਮਜਬੂਰ ਨਾ ਕੀਤਾ ਜਾਵੇ। ਹਿਦਾਇਤ ਭੈੜੇ ਰਸਤੇ ਤੋਂ ਵੱਖ ਤੇ ਉੱਚੀ ਹੋ ਗਈ ਹੈ। ਬਸ ਜਿਹੜਾ ਕੋਈ ਤਾਗੂਤ ਬੁੱਤ ਦਾ ਇਨਕਾਰ ਕਰ ਦੇਵੇਗਾ
ਤੇ ਰੱਬ ਉੱਤੇ ਈਮਾਨ ਲੈ ਆਵੇਗਾ, ਉਹਨੇ ਹਕੀਕਤ ਵਿੱਚ ਇੱਕ ਇਹੋ ਜਿਹੇ ਪੱਕੇ ਕੜੇ ਨੂੰ ਪੂਰੀ ਤਾਕਤ ਨਾਲ ਫੜ ਲਿਆ ਜਿਹੜਾ ਕਦੀ ਨਹੀਂ ਟੁੱਟੇਗਾ, ਤੇ ਰੱਬ ਬਹੁਤ ਹੀ ਸੁਣਨ ਵਾਲਾ ਤੇ ਜਾਣਨ ਵਾਲਾ ਹੈ। الله ولي الذين آمنوا يخرجهم من الظلمات إلى النور والذين كفروا أولياؤهم الطاغوت يخرجونهم من النور إلى الظلمات أولئك أصحاب النار هم فيها خالدون۔ ਰੱਬ ਈਮਾਨ ਵਾਲਿਆਂ ਦਾ ਦੋਸਤ ਹੈ, ਉਹ ਉਹਨਾਂ ਨੂੰ ਕੁਫਰ ਦੇ ਹਨੇਰਿਆਂ ਵਿੱਚੋਂ ਕੱਢ ਕੇ ਈਮਾਨ ਦੇ ਚਾਨਣ ਤਿਕਰ ਪਹੁੰਚਾ ਦਿੰਦਾ ਹੈ, ਤੇ ਕੁਫਰ ਕਰਨ ਵਾਲਿਆਂ ਦਾ ਦੋਸਤ ਤਾਗੂਤ ਹੈ ਜਿਹੜਾ ਉਹਨਾਂ ਨੂੰ ਈਮਾਨ ਦੇ ਚਾਨਣ ਤੋਂ ਮਹਿਰੂਮ ਕਰਕੇ ਕੁਫਰ ਦੇ ਹਨੇਰਿਆਂ ਤਿਕਰ ਪਹੁੰਚਾ ਦਿੰਦਾ ਹੈ। ਉਹੀ ਲੋਕੀ ਦੋਜ਼ਖ ਵਾਲੇ ਨੇ, ਉਹਦੇ ਵਿੱਚ ਹਮੇਸ਼ਾ ਹੀ ਰਹਿਣਗੇ। ألم تر إلى الذي حاج إبراهيم في ربه أن آتاه الله الملك إذ قال إبراهيم ربي الذي يحيي ويميت إذ قال إبراهيم ربي الذي يحيي ويميت قال أنا أحيي وأميت قال إبراهيم فإن الله يأتي بالشمس من المشرق فأت بها من المغرب فبهت الذي كفر والله لا يهدي القوم الظالمين۔ ਕੀ ਤੁਸੀਂ ਉਸ ਬੰਦੇ ਦੇ ਹਾਲ ਤੇ ਗੌਰ ਨਹੀਂ ਕੀਤਾ ਜਿਨਨੇ ਇਬਰਾਹੀਮ ਅਲੈਹਿਸਸਲਾਮ ਨਾਲ ਉਹਦੇ ਰੱਬ ਬਾਰੇ ਦਲੀਲ ਕੀਤੀ ਸੀ, ਇਸ ਲਈ ਕਿ ਰੱਬ ਨੇ ਉਹਨੂੰ ਹਕੂਮਤ ਦਿੱਤੀ ਹੋਈ ਸੀ। ਜਦੋਂ ਇਬਰਾਹੀਮ ਨੇ ਆਖਿਆ ਕਿ ਮੇਰਾ ਰੱਬ ਤੇ ਉਹ ਵੇ ਜਿਹੜਾ ਜਿੰਦੜੀ ਤੇ ਮੌਤ ਦਿੰਦਾ ਹੈ, ਉਹਨੇ ਆਖਿਆ ਕਿ ਮੈਂ ਜਿਉਂਦਾ ਕਰਨਾ ਤੇ ਮਾਰਨਾ। ਇਬਰਾਹੀਮ ਅਲੈਹਿਸਸਲਾਮ ਨੇ ਆਖਿਆ ਕਿ ਰੱਬ ਸੂਰਜ ਨੂੰ ਮਸ਼ਰਿਕ ਵੱਲੋਂ ਕੱਢਦਾ ਹੈ, ਤੂੰ ਇਹਨੂੰ ਮਗਰਿਬ ਤੋਂ ਕੱਢ ਕੇ ਵਿਖਾ। ਤੇ ਉਹ ਕਾਫਿਰ ਜਵਾਬ ਨਾ ਦੇ ਸਕਿਆ, ਤੇ ਰੱਬ ਜ਼ਾਲਮਾਂ ਨੂੰ ਹਿਦਾਇਤ ਨਹੀਂ ਦਿੰਦਾ। أو كالذي مر على قرية وهي خاوية على عروشها قال أنى يحيي هذه الله بعد موتها فأماته الله 100 عام ثم بعثه قال كم لبثت قال لبثت يوما أو بعض يوم قال بل لبثت 100 عام فانظر إلى طعامك وشرابك لم يتسنه فانظر إلى طعامك وشرابك لم يتسنه وانظر إلى حمارك ولنجعلك آية للناس وانظر إلى العظام كيف ننشدها ثم نكسوها لحما فلما تبين له قال أعلم أن الله على كل شيء قدير۔ یا ਉਸ ਬੰਦੇ ਦੇ ਹਾਲ ਤੇ ਗੌਰ ਨਹੀਂ ਕੀਤਾ ਜਿਹੜਾ ਇੱਕ ਬਸਤੀ ਵਿੱਚੋਂ ਲੰਘਿਆ ਜਿਹੜੀ ਆਪਣੀ ਛੱਤਾਂ ਦੇ ਨਾਲ ਡਿੱਗੀ ਪਈ ਸੀ। ਉਹਨੇ ਆਖਿਆ ਕਿ ਰੱਬ ਹੁਣ ਕਿਸ ਤਰ੍ਹਾਂ ਇਸ ਬਸਤੀ ਨੂੰ ਮਰਨ ਤੋਂ ਬਾਅਦ ਜਿਉਂਦਿਆਂ ਕਰੇਗਾ, ਤੇ ਰੱਬ ਨੇ ਉਹਨੂੰ 100 ਵਰਿਆਂ ਲਈ ਮੁਰਦਾ ਕਰ ਦਿੱਤਾ, ਫਿਰ ਉਹਨੂੰ ਜਿਉਂਦਾ ਕੀਤਾ। ਰੱਬ ਨੇ ਆਖਿਆ ਕਿ ਤੁਸੀਂ ਕਿੰਨੇ ਚਿਰ ਇਸ ਹਾਲਤ ਵਿੱਚ ਰਹੇ? ਉਹਨੇ ਆਖਿਆ ਕਿ ਇੱਕ ਦਿਹਾੜੇ ਜਾਂ ਦਿਹਾੜੇ ਦਾ ਕੁਝ ਹਿੱਸਾ ਇਸ ਹਾਲਤ ਵਿੱਚ ਰਿਹਾ ਵਾ। ਰੱਬ ਨੇ ਆਖਿਆ 100 ਵਰੇ ਰਹੇ ਹੋ, ਬਸ ਆਪਣੀ ਖਾਣ ਪੀਣ ਵਾਲੀਆਂ ਸ਼ੈਵਾਂ ਨੂੰ ਵੇਖੋ, ਉਹ ਖਰਾਬ ਨਹੀਂ ਹੋਈਆਂ ਨੇ, ਤੇ ਆਪਣੇ ਖੋਤੇ ਨੂੰ ਵੇਖੋ, ਤੇ ਤਾਂ ਕਿ ਅਸੀਂ ਤੁਹਾਨੂੰ ਲੋਕਾਂ ਲਈ ਇੱਕ ਨਿਸ਼ਾਨੀ ਬਣਾ ਦਈਏ। ਤੇ ਖੋਤੇ ਦੀ ਹੱਡੀਆਂ ਵੱਲ ਵੇਖੋ ਕਿ ਅਸੀਂ ਇਹਨਾਂ ਨੂੰ ਕਿਸ ਤਰ੍ਹਾਂ ਚੁੱਕ ਕੇ ਇੱਕ ਦੂਜੇ ਨਾਲ ਜੋੜਨੇ ਆ, ਫਿਰ ਉਹਨਾਂ ਤੇ ਮਾਸ ਚੜਾਣੇ ਆ। ਜਦੋਂ ਸੱਚੀ ਗੱਲ ਖੁੱਲ ਕੇ ਉਹਦੇ ਸਾਹਮਣੇ ਆ ਗਈ ਤੇ ਆਖਿਆ ਮੈਂ ਜਾਣਨਾ ਵਾਂ ਕਿ ਬਿਲਾ ਸ਼ੱਕ ਰੱਬ ਹਰ ਸ਼ੈ ਤੇ ਤਾਕਤ ਰੱਖਦਾ ਹੈ।
وَإِذْ قَالَ إِبْرَاهِيمُ رَبِّ أَرِنِي كَيْفَ تُحْيِي الْمَوْتَى قَالَ أَوَلَمْ تُؤْمِنْ قَالَ بَلَى وَلَكِنْ لِيَطْمَئِنَّ قَلْبِي قَالَ فَخُذْ 4 مِنَ الطَّيْرِ فَصُرْهُنَّ إِلَيْكَ ثُمَّ اجْعَلْ عَلَى كُلِّ جَبَلٍ مِنْهُنَّ جُزْءًا ثُمَّ ادْعُهُنَّ يَأْتِينَكَ سَعْيًا وَاعْلَمْ أَنَّ اللَّهَ عَزِيزٌ حَكِيمٌ। ਤੇ ਯਾਦ ਕਰੋ ਜਦੋਂ ਇਬਰਾਹੀਮ ਅਲੈਹਿਸਸਲਾਮ ਨੇ ਆਖਿਆ ਕਿ ਐ ਮੇਰੇ ਰੱਬ ਮੈਨੂੰ ਵਿਖਾ ਦੇ ਕਿ ਤੂੰ ਮੁਰਦਿਆਂ ਨੂੰ ਕਿਸ ਤਰ੍ਹਾਂ ਜਿਉਂਦਾ ਕਰਨਾ ਹੈ। ਰੱਬ ਨੇ ਆਖਿਆ ਕਿ ਤੁਸੀਂ ਐਂਦੇ ਉੱਤੇ ਈਮਾਨ ਨਹੀਂ ਰੱਖਦੇ। ਇਬਰਾਹੀਮ ਅਲੈਹਿਸਸਲਾਮ ਨੇ ਆਖਿਆ ਹਾਂ ਐ ਮੇਰੇ ਰੱਬ ਪਰ ਚਾਹਨਾ ਵਾਂ ਕਿ ਮੇਰਾ ਦਿਲ ਸਕੂਨ ਫੜੇ। ਰੱਬ ਨੇ ਆਖਿਆ 4 ਪਰਿੰਦੇ ਲੈ ਕੇ ਉਹਨਾਂ ਨੂੰ ਆਪਣਾ ਪਿਆਰ ਕਰਨ ਵਾਲਾ ਬਣਾਓ, ਫਿਰ ਉਹਨਾਂ ਦਾ ਇੱਕ ਟੋਟਾ ਹਰ ਪਹਾੜ ਤੇ ਸੁੱਟ ਦਿਓ, ਫਿਰ ਉਹਨਾਂ ਨੂੰ ਸੱਦੋ, ਉਹ ਤੁਹਾਡੇ ਕੋਲ ਨੱਚਦੇ ਟੁਰੇ ਆਣਗੇ ਤੇ ਸਮਝ ਲਵੋ ਕਿ ਰੱਬ ਡਾਢਾ ਤੇ ਬਹੁਤ ਇਲਮ ਵਾਲਾ ਹੈ। مثل الذين ينفقون أموالهم في سبيل الله كمثل حبة أنبتت 7 سنابل في كل سنبلة 100 حبة والله يضاعف لمن يشاء والله واسع عليم। ਜਿਹੜੇ ਲੋਕੀ ਆਪਣਾ ਮਾਲ ਰੱਬ ਦੀ ਰਾਹ ਵਿੱਚ ਖਰਚ ਕਰਦੇ ਨੇ ਉਹਨਾਂ ਦੀ ਮਿਸਾਲ ਉਸ ਦਾਣੇ ਵਰਗੀ ਏ ਜਿਨਨੇ 7 ਗੁੱਛੇ ਉਗਾਏ ਤੇ ਹਰ ਗੁੱਛੇ ਵਿੱਚ 100 ਦਾਣੇ ਸਨ ਤੇ ਰੱਬ ਜਿਹਦੇ ਲਈ ਚਾਹੁੰਦਾ ਏ ਹੋਰ ਵਧਾ ਦਿੰਦਾ ਏ ਤੇ ਰੱਬ ਬਹੁਤ ਵਧਾਉਣ ਵਾਲਾ ਤੇ ਇਲਮ ਵਾਲਾ ਏ। الذين ينفقون أموالهم في سبيل الله ثم لا يتبعون ما أنفقوا منا ولا أذى لهم أجرهم عند ربهم ولا خوف عليهم ولا هم يحزنون। ਜਿਹੜੇ ਲੋਕੀ ਆਪਣਾ ਮਾਲ ਰੱਬ ਦੀ ਰਾਹ ਵਿੱਚ ਖਰਚ ਕਰਦੇ ਨੇ ਫਿਰ ਖਰਚ ਕਰਨ ਤੋਂ ਬਾਅਦ ਨਾ ਅਹਿਸਾਨ ਦੱਸਦੇ ਨੇ ਤੇ ਨਾ ਹੀ ਦੁੱਖ ਪਹੁੰਚਾਦੇ ਨੇ, ਉਹਨਾਂ ਦਾ ਸਵਾਬ ਉਹਨਾਂ ਦੇ ਰੱਬ ਕੋਲੋਂ ਮੌਜੂਦ ਹੈ ਤੇ ਨਾ ਉਹਨਾਂ ਤੇ ਕੋਈ ਡਰ ਹੋਵੇਗਾ ਤੇ ਨਾ ਉਹਨਾਂ ਨੂੰ ਕੋਈ ਦੁੱਖ ਹੋਵੇਗਾ। قول معروف ومغفرة خير من صدقة يتبعها أذى والله غني حليم۔ يا أيها الذين آمنوا لا تبطلوا صدقاتكم بالمن والأذى كالذي ينفق ماله رئاء الناس ولا يؤمن بالله واليوم الآخر فمثله كمثل صفوان عليه تراب فأصابه وابل فتركه صلدا لا يقدرون على شيء مما كسبوا والله لا يهدي القوم الكافرين۔ ਚੰਗੀ ਗੱਲ ਤੇ ਮਾਫ ਕਰ ਦੇਣਾ ਉਹ ਸਦਕੇ ਤੋਂ ਵਧੀਆ ਹੈ ਜਿਹਦੇ ਬਾਅਦ ਤਕਲੀਫ ਪਹੁੰਚਾਈ ਜਾਏ ਤੇ ਰੱਬ ਬੇਨਿਆਜ਼ ਤੇ ਬਰਦਾਸ਼ਤ ਕਰਨ ਵਾਲਾ ਹੈ। ਐ ਈਮਾਨ ਵਾਲਿਓ ਆਪਣੇ ਸਦਕਿਆਂ ਨੂੰ ਅਹਿਸਾਨ ਦੱਸ ਕੇ ਤੇ ਤਕਲੀਫ ਪਹੁੰਚਾ ਕੇ ਜ਼ਾਇਆ ਨਾ ਕਰੋ ਉਸ ਬੰਦੇ ਵਾਂਗੂ ਜਿਹੜਾ ਆਪਣਾ ਮਾਲ ਲੋਕਾਂ ਨੂੰ ਵਿਖਾਉਣ ਲਈ ਖਰਚ ਕਰਦਾ ਹੈ ਤੇ ਰੱਬ ਤੇ ਆਖਰਤ ਦਿਹਾੜੇ ਉੱਤੇ ਈਮਾਨ ਨਹੀਂ ਰੱਖਦਾ ਹੈ। ਉਹਦੀ ਮਿਸਾਲ ਉਸ ਪਹਾੜੀ ਵਰਗੀ ਹੈ ਜਿੰਦੇ ਉੱਤੇ ਮਿੱਟੀ ਪਈ ਹੋਵੇ ਫਿਰ ਉਹਦੇ ਉੱਤੇ ਡਾਢਾ ਮੀਂਹ ਪੈ ਜਾਵੇ ਜਿਹੜਾ ਉਹਨੂੰ ਸਿਰਫ ਇੱਕ ਸਖਤ ਪੱਥਰ ਛੱਡ ਦੇਵੇ। ਇਹਨਾਂ ਮੁਨਾਫਿਕਾਂ ਨੇ ਜੋ ਕੁਝ ਖਟਿਆ ਸੀ ਉਹਦੇ ਵਿੱਚੋਂ ਇਹਨਾਂ ਦੇ ਕੁਝ ਹੱਥ ਨਹੀਂ ਆਵੇਗਾ ਤੇ ਰੱਬ ਕਾਫਰਾਂ ਨੂੰ ਹਿਦਾਇਤ ਨਹੀਂ ਦਿੰਦਾ।
ومثل الذين ينفقون أموالهم ابتغاء مرضات الله وتثبيتا من أنفسهم كمثل جنة بربوة أصابها وابل فآتت أكلها ضعفين فإن لم يصبها وابل فطل والله بما تعملون بصير أيود أحدكم أن تكون له جنة من نخيل وأعناب تجري من تحتها الأنهار له فيها من كل الثمرات وأصابه الكبر وله ذرية ضعفاء فأصابها إعصار فيه نار فاحترقت كذلك يبين الله لكم الآيات لعلكم تتفكرون ਤੇ ਜਿਹੜੇ ਲੋਕੀ ਆਪਣਾ ਮਾਲ ਰੱਬ ਦੀ ਖੁਸ਼ੀ ਲਈ ਤੇ ਆਪਣੇ ਆਪ ਨੂੰ ਸੱਚੇ ਦੀਨ ਤੇ ਖਿਲਾਰਨ ਲਈ ਖਰਚ ਕਰਦੇ ਨੇ, ਉਹਨਾਂ ਦੀ ਮਿਸਾਲ ਉਸ ਬਾਗ ਦੀ ਏ ਜਿਹੜਾ ਕਿਸੇ ਉੱਚੀ ਥਾਂ ਤੇ ਹੋਵੇ, ਜਿੰਦੇ ਤੇ ਡਾਢਾ ਮੀਂਹ ਪਿਆ ਤੇ ਉਹਨੇ ਦੂਣਾ ਫਲ ਦਿੱਤਾ, ਤੇ ਜੇ ਮੀਂਹ ਨਾ ਵਸਿਆ ਤੇ ਤਰੇਲ ਹੀ ਬਤੇਰੀ ਹੋਵੇਗੀ, ਤੇ ਰੱਬ ਤੁਹਾਡੇ ਕੰਮਾਂ ਨੂੰ ਵੇਖ ਰਿਹਾ ਏ। ਕੀ ਤੁਹਾਡੇ ਵਿੱਚੋਂ ਕੋਈ ਬੰਦਾ ਇਹ ਪਸੰਦ ਕਰਦਾ ਏ ਕਿ ਉਹਦੇ ਕੋਲ ਖਜੂਰਾਂ ਤੇ ਅੰਗੂਰਾਂ ਦਾ ਇੱਕ ਬਾਗ ਹੋਵੇ, ਜਿੰਦੇ ਥਲੇ ਨਹਿਰਾਂ ਵਗਦੀਆਂ ਹੋਣ, ਉਹਦੇ ਵਿੱਚ ਉਹਦੇ ਲਈ ਹਰ ਕਿਸਮ ਦੇ ਫਲ ਹੋਣ, ਤੇ ਉਹ ਬੁੱਢਾ ਹੋ ਜਾਵੇ ਤੇ ਉਹਦੇ ਕਮਜ਼ੋਰ ਤੇ ਬਿਮਾਰ ਬੱਚੇ ਹੋਣ, ਤੇ ਇੱਕੋ ਦਮ ਉਹ ਬਾਗ ਇੱਕ ਵਾਹ ਬੜੋਲੇ ਦੇ ਵਿੱਚ ਆ ਜਾਵੇ, ਜਿੰਦੇ ਵਿੱਚ ਅੱਗ ਹੋਵੇ ਜਿਹੜੀ ਉਹਨੂੰ ਸਾੜ ਦੇਵੇ। ਰੱਬ ਐਸੇ ਤਰ੍ਹਾਂ ਤੁਹਾਡੇ ਲਈ ਨਿਸ਼ਾਨੀਆਂ ਨੂੰ ਬਿਆਨ ਕਰਦਾ ਹੈ ਤਾਂ ਕਿ ਤੁਸੀਂ ਗੌਰ ਕਰੋ। يا أيها الذين آمنوا أنفقوا من طيبات ما كسبتم ومما أخرجنا لكم من الأرض ولا تيمموا الخبيث منه تنفقون ولستم بآخذيه إلا أن تغمضوا فيه واعلموا أن الله غني حميد ਐ ਈਮਾਨ ਵਾਲਿਓ, ਰੱਬ ਦੀ ਰਾਹ ਵਿੱਚ ਆਪਣੀ ਕਮਾਈ ਵਿੱਚੋਂ ਚੰਗੀਆਂ ਸ਼ੈਵਾਂ ਖਰਚ ਕਰੋ, ਤੇ ਉਹਦੇ ਵਿੱਚੋਂ ਵੀ ਜਿਹੜਾ ਅਸੀਂ ਤੁਹਾਡੇ ਲਈ ਜ਼ਮੀਨ ਵਿੱਚ ਪੈਦਾ ਕੀਤਾ ਹੈ, ਤੇ ਉਹਦੇ ਵਿੱਚੋਂ ਨਾਪਾਕ ਤੇ ਭੈੜੀਆਂ ਸ਼ੈਵਾਂ ਖਰਚ ਕਰਨ ਦਾ ਇਰਾਦਾ ਨਾ ਕਰੋ। ਹਾਲਾਂ ਤੁਸੀਂ ਆਪ ਦੂਜਿਆਂ ਨੂੰ ਉਹ ਸ਼ੈ ਅੱਖਾਂ ਮੀਟੇ ਬਗੈਰ ਨਾ ਲੈਂਦੇ, ਤੇ ਸਮਝ ਲਵੋ ਕਿ ਰੱਬ ਬੇਨਿਆਜ਼ ਤੇ ਤਾਰੀਫ ਵਾਲਾ ਹੈ। الشيطان يعدكم الفقر ويأمركم بالفحشاء والله يعدكم مغفرة منه وفضلا والله واسع عليم يؤتي الحكمة من يشاء ومن يؤت الحكمة فقد أوتي خيرا كثيرا وما يذكر إلا أولو الألباب शैतान ਤੁਹਾਨੂੰ ਮੁਤਾਜੀ ਤੋਂ ਡਰਾਉਂਦਾ ਹੈ ਤੇ ਬੁਰਾਈ ਦਾ ਹੁਕਮ ਦਿੰਦਾ ਹੈ, ਤੇ ਰੱਬ ਤੁਹਾਨੂੰ ਬਖਸ਼ਿਸ਼ ਤੇ ਰਹਿਮਤ ਤੇ ਕਰਮ ਦਾ ਵਾਅਦਾ ਕਰਦਾ ਹੈ, ਤੇ ਰੱਬ ਬਹੁਤ ਹੀ ਵਡਿਆਈ ਤੇ ਇਲਮ ਵਾਲਾ ਹੈ। ਰੱਬ ਜਿਹਨੂੰ ਚਾਹੁੰਦਾ ਹੈ ਅਕਲ ਦਿੰਦਾ ਹੈ, ਤੇ ਜਿਹਨੂੰ ਅਕਲ ਲੱਭ ਗਈ ਉਹਨੂੰ ਚੋਖੀ ਭਲਾਈ ਲੱਭ ਗਈ, ਤੇ ਨਸੀਹਤ ਸਿਰਫ ਅਕਲ ਵਾਲੇ ਹੀ ਹਾਸਲ ਕਰਦੇ ਨੇ। وما أنفقتم من نفقة أو نذرتم من نذر فإن الله يعلمه وما للظالمين من أنصار إن تبدوا الصدقات فنعما هي وإن تخفوها وتؤتوا
وتؤتوها الفقراء فهو خير لكم ويكفر عنكم من سيئاتكم والله بما تعملون خبير ਤੇ ਤੁਸੀਂ ਜੋ ਕੁਝ ਰੱਬ ਦੀ ਰਾਹ ਵਿੱਚ ਖਰਚ ਕਰਦੇ ਹੋ ਜਾਂ ਕੋਈ ਮੰਨਤ ਮੰਨਦੇ ਹੋ ਤੇ ਰੱਬ ਬਿਲਾ ਸ਼ੱਕ ਉਹਨੂੰ ਜਾਣਦਾ ਹੈ ਤੇ ਜ਼ਾਲਮਾਂ ਦਾ ਕੋਈ ਮਦਦ ਕਰਨ ਵਾਲਾ ਨਹੀਂ ਹੋਵੇਗਾ। ਜੇ ਤੁਸੀਂ ਸਦਕੇ ਤੇ ਖੈਰਾਤ ਨੂੰ ਵਿਖਾਉਂਦੇ ਹੋ ਤੇ ਚੰਗੀ ਗੱਲ ਹੈ ਤੇ ਜੇ ਮੁਤਾਜਾਂ ਨੂੰ ਦੇਂਦੀ ਵਾਰੀ ਉਹਨੂੰ ਲੁਕਾਉਂਦੇ ਹੋ ਤੇ ਇਹ ਤੁਹਾਡੇ ਲਈ ਚੰਗਾ ਹੈ ਤੇ ਰੱਬ ਤੁਹਾਡੇ ਗੁਨਾਹਾਂ ਨੂੰ ਮਿਟਾ ਦੇਵੇਗਾ ਤੇ ਰੱਬ ਤੁਹਾਡੇ ਕੰਮਾਂ ਦੀ ਖਬਰ ਰੱਖਦਾ ਹੈ। ليس عليك هداهم ولكن الله يهدي من يشاء وما تنفقوا من خير فلأنفسكم وما تنفقون إلا ابتغاء وجه الله وما تنفقوا من خير يوفى إليكم وأنتم لا تظلمون اے میرے رسول صلی اللہ علیہ وسلم ਇਹਨਾਂ ਨੂੰ ਹਿਦਾਇਤ ਦੇਣਾ ਤੁਹਾਡੀ ਜ਼ਿੰਮੇਵਾਰੀ ਨਹੀਂ ਪਰ ਰੱਬ ਜਿੰਨੂੰ ਚਾਹੁੰਦਾ ਹੈ ਹਿਦਾਇਤ ਦਿੰਦਾ ਹੈ ਤੇ ਤੁਸੀਂ ਜਿਹੜੀ ਵੀ ਕੋਈ ਸ਼ੈ ਰੱਬ ਦੀ ਰਾਹ ਵਿੱਚ ਖਰਚ ਕਰੋਗੇ ਤੇ ਉਹਦਾ ਫਾਇਦਾ ਤੁਹਾਨੂੰ ਹੀ ਪਹੁੰਚੇਗਾ ਤੇ ਤੁਸੀਂ ਜੋ ਕੁਝ ਖਰਚ ਕਰੋ ਸਿਰਫ ਰੱਬ ਦੀ ਖੁਸ਼ੀ ਲਈ ਕਰੋ ਤੇ ਤੁਸੀਂ ਜਿਹੜੀ ਵੀ ਕੋਈ ਚੰਗੀ ਸ਼ੈ ਰੱਬ ਦੀ ਰਾਹ ਵਿੱਚ ਖਰਚ ਕਰੋਗੇ ਉਹਦਾ ਪੂਰਾ ਪੂਰਾ ਬਦਲ ਤੁਹਾਨੂੰ ਦਿੱਤਾ ਜਾਵੇਗਾ ਤੇ ਤੁਹਾਡੇ ਉੱਤੇ ਜ਼ੁਲਮ ਨਹੀਂ ਕੀਤਾ ਜਾਵੇਗਾ। للفقراء الذين أحصروا في سبيل الله لا يستطيعون ضربا في الأرض يحسبهم الجاهل أغنياء من التعفف تعرفهم بسيماهم لا يسألون الناس إلحافا وما تنفقوا من خير فإن الله به عليم الذين ينفقون أموالهم بالليل والنهار سرا وعلانية فلهم أجرهم عند ربهم ولا خوف عليهم ولا هم يحزنون صدقہ ਉਹਨਾਂ ਗਰੀਬਾਂ ਲਈ ਹੈ ਜਿਹੜੇ ਰੱਬ ਦੀ ਰਾਹ ਵਿੱਚ ਬੰਦ ਹੋ ਗਏ ਨੇ ਜ਼ਮੀਨ ਵਿੱਚ ਰੋਜ਼ੀ ਹਾਸਲ ਕਰਨ ਲਈ ਤੁਰ ਫਿਰ ਨਹੀਂ ਸਕਦੇ ਨਾ ਵਾਕਿਫ ਲੋਕੀ ਉਹਨਾਂ ਦੇ ਸਵਾਲ ਨਾ ਕਰਨ ਦੀ ਵਜ੍ਹਾ ਨਾਲ ਉਹਨਾਂ ਨੂੰ ਅਮੀਰ ਸਮਝਦੇ ਨੇ ਤੁਸੀਂ ਉਹਨਾਂ ਨੂੰ ਉਹਨਾਂ ਦੇ ਚਿਹਰਿਆਂ ਤੋਂ ਪਛਾਣ ਲਓਗੇ ਉਹ ਲੋਕਾਂ ਨਾਲ ਮਿੰਨਤਾਂ ਕਰਕੇ ਸਵਾਲ ਨਹੀਂ ਕਰਦੇ ਤੇ ਤੁਸੀਂ ਜਿਹੜੀ ਵੀ ਕੋਈ ਚੰਗੀ ਸ਼ੈ ਰੱਬ ਦੀ ਰਾਹ ਵਿੱਚ ਖਰਚ ਕਰੋਗੇ ਤੇ ਰੱਬ ਬਿਲਾ ਸ਼ੱਕ ਉਹਨੂੰ ਜਾਣਦਾ ਹੈ। ਜਿਹੜੇ ਲੋਕੀ ਆਪਣੇ ਮਾਲ ਰਾਤ ਵਿੱਚ ਤੇ ਦਿਨ ਵਿੱਚ ਲਕੋ ਕੇ ਤੇ ਵਖਾ ਕੇ ਖਰਚ ਕਰਦੇ ਨੇ ਉਹਨਾਂ ਦਾ ਸਵਾਬ ਉਹਨਾਂ ਦੇ ਰੱਬ ਕੋਲ ਪੱਕਾ ਹੈ ਤੇ ਨਾ ਉਹਨਾਂ ਤੇ ਡਰ ਹੋਵੇਗਾ ਤੇ ਨਾ ਉਹਨਾਂ ਨੂੰ ਕੋਈ ਦੁੱਖ ਹੋਵੇਗਾ। الذين يأكلون الربا لا يقومون إلا كما يقوم الذي يتخبطه الشيطان من المس ذلك بأنهم قالوا إنما البيع مثل الربا وأحل الله البيع وحرم الربا فمن جاءه موعظة من ربه فانتهى فله ما سلف وأمره إلى الله ومن عاد فأولئك أصحاب النار هم فيها خالدون ਜਿਹੜੇ ਲੋਕੀ ਸੂਦ ਖਾਂਦੇ ਨੇ ਉਹ ਆਪਣੀ ਕਬਰਾਂ ਵਿੱਚੋਂ ਇੰਜ ਉੱਠਣਗੇ ਜਿਸ ਤਰ੍ਹਾਂ ਉਹ ਬੰਦਾ ਜਿਹਨੂੰ ਸ਼ੈਤਾਨ ਆਪਣੇ ਅਸਰ ਨਾਲ ਪਾਗਲ ਬਣਾ ਦਿੰਦਾ ਹੈ। ਇਹ ਸਜ਼ਾ ਉਹਨਾਂ ਨੂੰ ਇਸ ਲਈ ਦਿੱਤੀ ਜਾਵੇਗੀ ਕਿ ਉਹ ਆਖਦੇ ਸਨ ਕਿ ਖਰੀਦਣਾ ਤੇ ਵੇਚਣਾ ਵੀ ਤੇ ਸੂਦ ਵਰਗਾ ਹੀ ਹੈ। ਹਾਲਾਂ ਰੱਬ ਨੇ ਖਰੀਦਣ ਤੇ ਵੇਚਣ ਨੂੰ ਹਲਾਲ ਕੀਤਾ ਹੈ
ते सूद नूं हराम कीता है। बस जिंदे कोल उहदे रब दी ए नसीहत पहुंच गई ते ओ सूद लैण तो मुड़ गया ते पहला जो लै चुकिया है ओ उंदा है ते उंदा मामला रब दे हवाले वे ते जिहड़ा इस तों बाद लवेगा ते ओही लोकी दोज़खी होणगे, उहदे विच हमेश लई रहणगे। यमहक़ुल्लाहु अर्रिबा व युर्बिस-सदक़ात वल्लाहु ला युहिब्बु कुल्ल कफ्फारिन असीम। इन्नल्लज़ीन आमनू व अमिलुस्सालिहाति व अक़ामुस्सलाता व आतवुज़्ज़काता लहुम अज्रुहुम इन्द रब्बिहिम व ला खौफुन अलैहिम व ला हुम यहज़नून। या अय्युहल्लज़ीन आमनू इत्तक़ुल्लाह व ज़रू मा बक़िय मिनर रिबा इन कुंतुम मुअ्मिनीन। रब सूद नूं घटांदा है ते सदकियां नूं वधांदा है ते रब किसी ना शुक्रे ते गुनाह करन वालियां नूं सज्जन नहीं रखता। बिलाशक जेड़े लोकी ईमान ले आए ते उन्हां ने चंगा काम कीता ते नमाज कायम कीती ते ज़कात दिती, उन्हां दा सवाब उन्हां दे रब कोल पक्का है ते उन्हां नूं ना डर होवेगा ते ना उन्हां नूं कोई दुख होवेगा। ऐ ईमान वालियो, रब तो डरो ते जेड़ा सूद लोकां कोल बाकी रह गया है, जे ईमान वाले हो ते ओनू छड़ देओ। فإن لم تفعلوا فأذنوا بحرب من الله ورسوله وإن تبتم فلكم رؤوس أموالكم لا تظلمون ولا تظلمون وإن كان ذو عسرة فنظرة إلى ميسرة وأن تصدقوا خير لكم إن كنتم تعلمون واتقوا يوما ترجعون فيه إلى الله ثم توفى كل نفس ما كسبت وهم لا يظلمون। ते जे तुसी ऐ नहीं कीता ते रब ते ओने रसूल वल्लों जंग लई तैयार हो जाओ ते जे तुसी तौबा कर लई ते असल रकम तुहाडी होवेगी। न तुहानू जुल्म करना चाहिदा है ते ना ही तुहाडे उत्ते जुल्म होना चाहिदा है। ते जे कर्ज लैण वाला माल तो तंग होवे ते सौखा होण तिकर ओनू वक़्त दिता जावे ते तुहाडा ओनू माफ कर देना जे तुसी जाणदे ते तुहाडे लई बहुत चंगा है। ते उस दिहाड़े तो तुसी लोकी डर के रहो जिस दिहाड़े रब वल परताए जाओगे, फिर हर एक बंदे नू उनदे कीते दा पूरा पूरा बदल दिता जावेगा ते ओना ते जुल्म नहीं होवेगा। या अय्युहल्लज़ीन आमनू इज़ा तदायंतुम बिदैनिन इला अजलिन मुसम्मन फक्तुबूह वल्यक्तुब बैनकुम कातिबुन बिलअदल वला यअब कातिबुन अन यक्तुब कमा अल्लमहुल्लाह फल्यक्तुब वल्युमलिल लज़ी अलैहिल हक़्क़ु वल्यत्तक़िल्लाह रब्बहु वला यबख़स मिन्हु शैअन فإن كان الذي عليه الحق سفيها أو ضعيفا أو لا يستطيع أن يمل هو فليملل وليه بالعدل واستشهدوا شهيدين من رجالكم فإن لم يكونا رجلين فرجل وامرأتان ممن ترضون من الشهداء أن تضل إحداهما فتذكر إحداهما الأخرى ولا يأبى الشهداء إذا ما دعوا ولا تسأموا أن تكتبوه صغيرا أو كبيرا إلى أجله
ذلكم أقسط عند الله وأقوم للشهادة وأدنى ألا ترتابوا إلا أن تكون تجارة حاضرة تديرونها بينكم فليس عليكم جناح ألا تكتبوها وأشهدوا إذا تبايعتم ولا يضار كاتب ولا شهيد وإن تفعلوا فإنه فسوق بكم واتقوا الله ويعلمكم الله والله بكل شيء عليم ਐ ਈਮਾਨ ਵਾਲਿਓ, ਜਦੋਂ ਤੁਸੀਂ ਇੱਕ ਤੈਅਸ਼ੁਦਾ ਵਕਤ ਲਈ ਇੱਕ ਦੂਜੇ ਨਾਲ ਲੈਣ ਦੇਣ ਕਰੋ ਤੇ ਉਹਨੂੰ ਲਿਖ ਲਿਆ ਕਰੋ ਤੇ ਚਾਹੀਦਾ ਹੈ ਕਿ ਇੱਕ ਲਿਖਣ ਵਾਲਾ ਤੁਹਾਡੇ ਵਿੱਚ ਇਨਸਾਫ ਦੇ ਨਾਲ ਲਿਖੇ ਤੇ ਕੋਈ ਲਿਖਣ ਵਾਲਾ ਲਿਖਣ ਤੋਂ ਇਨਕਾਰ ਨਾ ਕਰੇ। ਜਿਸ ਤਰ੍ਹਾਂ ਰੱਬ ਨੇ ਉਹਨੂੰ ਇਲਮ ਦਿੱਤਾ ਹੈ ਉਹਨੂੰ ਲਿਖਣਾ ਚਾਹੀਦਾ ਹੈ ਤੇ ਜਿੰਨੇ ਜ਼ਿੰਮੇ ਹੱਕ ਹੋਵੇ ਲਿਖਵਾਏ ਤੇ ਰੱਬ ਤੋਂ ਡਰੇ ਜਿਹੜਾ ਉਹਦਾ ਰੱਬ ਹੈ ਤੇ ਉਹਦੇ ਵਿੱਚ ਕੁਝ ਨਾ ਘਟਾਵੇ। ਬਸ ਜੇ ਉਹ ਬੰਦਾ ਜਿੰਦੇ ਜ਼ਿੰਮੇ ਕਿਸੇ ਦਾ ਹੱਕ ਹੈ ਘੱਟ ਅਕਲ ਵਾਲਾ ਜਾਂ ਮਾੜਾ ਹੋਵੇ ਜਾਂ ਉਹ ਲਿਖਵਾ ਨਾ ਸਕਦਾ ਹੋਵੇ ਤੇ ਉਹਦਾ ਮਦਦਗਾਰ ਇਨਸਾਫ ਦੇ ਨਾਲ ਲਿਖਵਾ ਦੇਵੇ ਤੇ ਆਪਣੇ ਲੋਕਾਂ ਵਿੱਚੋਂ 2 ਮਰਦਾਂ ਨੂੰ ਗਵਾਹ ਬਣਾ ਲਵੋ। ਜੇ 2 ਮਰਦ ਨਾ ਹੋਣ ਤੇ ਇੱਕ ਮਰਦ ਤੇ 2 ਜ਼ਨਾਨੀਆਂ ਬਤੇਰੀਆਂ ਹੋਣਗੀਆਂ ਜਿਨ੍ਹਾਂ ਨੂੰ ਤੁਸੀਂ ਗਵਾਹ ਦੇ ਤੌਰ ਤੇ ਪਸੰਦ ਕਰੋ ਤਾਂ ਕਿ ਇੱਕ ਭੁੱਲ ਜਾਵੇ ਤੇ ਦੂਜੀ ਉਹਨੂੰ ਯਾਦ ਕਰਾ ਦੇਵੇ। ਤੇ ਜਦੋਂ ਗਵਾਹਾਂ ਨੂੰ ਸੱਦਿਆ ਜਾਵੇ ਤੇ ਉਹ ਇਨਕਾਰ ਨਾ ਕਰਨ ਤੇ ਜੇ ਮਾਮਲੇ ਦਾ ਇੱਕ ਵਕਤ ਤੈਅ ਹੋਵੇ ਭਾਵੇਂ ਛੋਟਾ ਹੋਵੇ ਜਾਂ ਵੱਡਾ ਉਹਦੇ ਲਿਖਣ ਵਿੱਚ ਸੁਸਤੀ ਨਾ ਕਰੋ। ਇਹ ਕੰਮ ਰੱਬ ਦੇ ਨੇੜੇ ਇਨਸਾਫ ਤੋਂ ਬਹੁਤਾ ਨੇੜੇ ਵੇ ਤੇ ਗਵਾਹੀ ਨੂੰ ਬਹੁਤ ਪੱਕਾ ਬਣਾਉਣ ਵਾਲਾ ਹੈ ਤੇ ਸ਼ੱਕ ਨੂੰ ਦੂਰ ਕਰਨ ਲਈ ਚੰਗਾ ਕੰਮ ਹੈ। ਸਿਵਾ ਇਹਦੇ ਕਿ ਤੁਹਾਡੇ ਵਿੱਚ ਨਕਦ ਕਾਰੋਬਾਰ ਦਾ ਲੈਣ ਦੇਣ ਹੋਵੇ ਤੇ ਇਹਨੂੰ ਨਾ ਲਿਖਣ ਵਿੱਚ ਤੁਹਾਡੇ ਲਈ ਕੋਈ ਨੁਕਸਾਨ ਦੀ ਗੱਲ ਨਹੀਂ। ਤੇ ਜਦੋਂ ਇੱਕ ਦੂਜੇ ਨਾਲ ਖਰੀਦ ਤੇ ਫਰੋਖਤ ਕਰੋ ਤੇ ਗਵਾਹ ਬਣਾ ਲਵੋ ਤੇ ਲਿਖਣ ਵਾਲੇ ਤੇ ਗਵਾਹ ਨੂੰ ਨੁਕਸਾਨ ਨਾ ਪਹੁੰਚਾਓ। ਤੇ ਜੇ ਤੁਸੀਂ ਇਹ ਕਰੋਗੇ ਤੇ ਤੁਹਾਡੇ ਹੱਕ ਵਿੱਚ ਗੁਨਾਹ ਦੀ ਗੱਲ ਨਹੀਂ ਹੋਵੇਗੀ ਤੇ ਰੱਬ ਤੋਂ ਡਰਦੇ ਰਹੋ ਤੇ ਰੱਬ ਤੁਹਾਨੂੰ ਇਲਮ ਦੇ ਰਿਹਾ ਹੈ ਤੇ ਰੱਬ ਹਰ ਸ਼ੈ ਨੂੰ ਚੰਗੀ ਤਰ੍ਹਾਂ ਜਾਣਨ ਵਾਲਾ ਹੈ। وَإِن كُنتُمْ عَلَى سَفَرٍ وَلَمْ تَجِدُوا كَاتِبًا فَرِهَانٌ مَّقْبُوضَةٌ فَإِنْ أَمِنَ بَعْضُكُمْ بَعْضًا فَلْيُؤَدِّ الَّذِي اؤْتُمِنَ أَمَانَتَهُ وَلْيَتَّقِ اللَّهَ رَبَّهُ وَلَا تَكْتُمُوا الشَّهَادَةَ ومن يكتمها فإنه آثم قلبه والله بما تعملون عليم لله ما في السماوات وما في الأرض وإن تبدوا ما في أنفسكم أو تخفوه يحاسبكم به الله فيغفر لمن يشاء ويعذب من يشاء والله على كل شيء قدير ਤੇ ਜੇ ਤੁਸੀਂ ਸਫ਼ਰ ਵਿੱਚ ਹੋਵੋ ਤੇ ਕੋਈ ਲਿਖਣ ਵਾਲਾ ਨਾ ਲੱਭੇ ਤੇ ਕਬਜ਼ੇ ਵਿੱਚ ਲਿੱਤਾ ਹੋਇਆ ਗਿਰਵੀ ਇਸਤੇਮਾਲ ਕਰੋ। ਬਸ ਜੇ ਤੁਹਾਡੇ ਵਿੱਚੋਂ ਕੋਈ ਕਿਸੇ ਤੇ ਭਰੋਸਾ ਕਰ ਲਵੇ ਤੇ ਉਹਨੂੰ ਜਿੰਦੇ ਉੱਤੇ ਭਰੋਸਾ ਕੀਤਾ ਗਿਆ ਹੈ ਚਾਹੀਦਾ ਹੈ ਕਿ ਉਹਦੀ ਅਮਾਨਤ ਅਦਾ ਕਰੇ ਤੇ ਰੱਬ ਤੋਂ ਡਰੇ ਜਿਹੜਾ ਉਹਦਾ ਰੱਬ ਹੈ ਤੇ ਗਵਾਹੀ ਨੂੰ ਨਾ ਲੁਕਾਓ ਤੇ ਜਿਹੜਾ ਕੋਈ ਇਹਨੂੰ ਲੁਕੋਏਗਾ ਉਹਦਾ ਦਿਲ ਗੁਨਾਹਗਾਰ ਹੋਵੇਗਾ ਤੇ ਰੱਬ ਤੁਹਾਡੇ ਕੀਤੇ ਨੂੰ ਚੰਗੀ ਤਰ੍ਹਾਂ ਜਾਣਦਾ ਹੈ। ਤੇ ਜਿਹੜਾ ਕੁਝ ਅਸਮਾਨਾਂ ਤੇ ਜ਼ਮੀਨ ਵਿੱਚ ਹੈ ਰੱਬ ਦੀ ਮਲਕੀਅਤ ਹੈ ਤੇ ਤੁਹਾਡੇ ਦਿਲ ਵਿੱਚ ਜੋ ਕੁਝ ਹੈ ਉਹਨੂੰ ਵਿਖਾਓ ਜਾਂ ਲੁਕਾਓ ਰੱਬ ਉਹਦੇ ਬਾਰੇ ਤੁਹਾਡੀ ਪਕੜ ਕਰੇਗਾ। ਫਿਰ ਜਿੰਨੂੰ ਚਾਹੇਗਾ ਮੁਆਫ ਕਰ ਦੇਵੇਗਾ ਤੇ ਜਿੰਨੂੰ ਚਾਹੇਗਾ ਅਜ਼ਾਬ ਦੇਵੇਗਾ ਤੇ ਰੱਬ ਹਰ ਸ਼ੈ ਤੇ ਤਾਕਤ ਰੱਖਦਾ ਹੈ। آمن الرسول بما أنزل إليه من ربه والمؤمنون
كل آمن بالله وملائكته وكتبه ورسله لا نفرق بين أحد من رسله وقالوا سمعنا وأطعنا غفرانك ربنا وإليك المصير لا يكلف الله نفسا إلا وسعها لها ما كسبت وعليها ما اكتسبت ربنا لا تؤاخذنا إن نسينا أو أخطأنا ربنا ولا تحمل علينا إصرا كما حملته على الذين من قبلنا ربنا ولا تحملنا ما لا طاقة لنا به واعف عنا واغفر لنا وارحمنا أنت مولانا فانصرنا على القوم الكافرين रसूल सल्लल्लाहु अलैहि वसल्लम उस शੈ ते ईमान ले आए ਜਿਹੜੀ ਉਹਨਾਂ ਦੇ ਰੱਬ ਵੱਲੋਂ ਉਹਨਾਂ ਤੇ ਲਾਈ ਗਈ ਤੇ ਮੂਮਿਨ ਵੀ ਹਰ ਇੱਕ ਈਮਾਨ ਲੈ ਆਇਆ ਰੱਬ ਤੇ ਉਹਦੇ ਫਰਿਸ਼ਤਿਆਂ ਤੇ ਉਹਦੀਆਂ ਕਿਤਾਬਾਂ ਤੇ ਉਹਦੇ ਰਸੂਲਾਂ ਤੇ ਉਹ ਕਹਿੰਦੇ ਨੇ ਕਿ ਅਸੀਂ ਉਹਦੇ ਰਸੂਲਾਂ ਦੇ ਵਿੱਚ ਫਰਕ ਨਹੀਂ ਕਰਦੇ ਤੇ ਉਹਨਾਂ ਨੇ ਆਖਿਆ ਕਿ ਐ ਰੱਬ ਅਸੀਂ ਤੇਰਾ ਹੁਕਮ ਸੁਣਿਆ ਤੇ ਮੰਨਿਆ ਐ ਸਾਡੇ ਰੱਬ ਅਸੀਂ ਤੇਰੀ ਬਖਸ਼ਿਸ਼ ਚਾਹੁੰਦੇ ਹਾਂ ਤੇ ਸਾਨੂੰ ਤੇਰੇ ਵੱਲ ਹੀ ਪਰਤਣਾ ਹੈ ਰੱਬ ਕਿਸੇ ਬੰਦੇ ਨੂੰ ਉਹਦੀ ਤਾਕਤ ਤੋਂ ਵੱਧ ਤਕਲੀਫ ਨਹੀਂ ਦਿੰਦਾ ਜਿਹੜਾ ਨੇਕੀ ਕਰੇਗਾ ਉਹਦਾ ਸਵਾਬ ਉਹਨੂੰ ਮਿਲੇਗਾ ਤੇ ਜਿਹੜਾ ਗੁਨਾਹ ਕਰੇਗਾ ਉਹਦਾ ਨਤੀਜਾ ਉਹਨੂੰ ਬਰਦਾਸ਼ਤ ਕਰਨਾ ਪਵੇਗਾ ਐ ਸਾਡੇ ਰੱਬ ਭੁੱਲ ਚੁੱਕ ਤੇ ਗਲਤੀ ਤੇ ਸਾਡੀ ਪਕੜ ਨਾ ਕਰ ਐ ਸਾਡੇ ਰੱਬ ਸਾਡੇ ਉੱਤੇ ਇਹੋ ਜਿਹਾ ਬੋਝ ਨਾ ਪਾ ਜਿਹੋ ਜਿਹਾ ਤੂੰ ਸਾਡੇ ਤੋਂ ਪਹਿਲਾਂ ਲੋਕਾਂ ਤੇ ਪਾਇਆ ਸੀ ਐ ਸਾਡੇ ਰੱਬ ਤੇ ਸਾਡੇ ਉੱਤੇ ਐਨਾ ਬੋਝ ਨਾ ਪਾ ਜਿੰਦੀ ਸਾਡੇ ਵਿੱਚ ਤਾਕਤ ਨਾ ਹੋਵੇ ਤੇ ਸਾਨੂੰ ਮਾਫ ਫਰਮਾ ਤੇ ਸਾਡੀ ਬਖਸ਼ਿਸ਼ ਫਰਮਾ ਤੇ ਸਾਡੇ ਉੱਤੇ ਰਹਿਮ ਫਰਮਾ ਤੂੰ ਸਾਡਾ ਮਾਲਕ ਤੇ ਰੱਬ ਹੈ ਬਸ ਕਾਫਰਾਂ ਦੀ ਕੌਮ ਤੇ ਸਾਨੂੰ ਫਤਹ ਦੇ ਦੇ सूरह आले इमरान बिस्मिल्लाहिर्रहमानिर्रहीम रब दे नाम तो शुरू करना जेड़ा बहुत मेहरबान ते चोखा रहम करन वाला है अलिफ लाम मीम अल्लाहु ला इलाहा इल्ला हुवल हय्युल क़य्यूम نزل عليك الكتاب بالحق مصدقا لما بين يديه وأنزل التوراة والإنجيل من قبل هدى للناس وأنزل الفرقان إن الذين كفروا بآيات الله لهم عذاب شديد والله عزيز ذو انتقام إن الله لا يخفى عليه شيء في الأرض ولا في السماء هو الذي يصوركم في الأرحام كيف يشاء لا إله إلا هو العزيز الحكيم अलिफ लाम मीम रब दे सिवा कोई इबादत दे लायक नहीं जेड़ा हमेश तो जिउंदा है ते सारी कायनात नूं चलाण वाला है उसे ने तुहाडे उत्ते सच्ची किताब लाई है ਜਿਹੜੀ ਅਗਲੀਆਂ ਕਿਤਾਬਾਂ ਦੀ ਸੱਚਾਈ ਦੱਸਦੀ ਹੈ ਤੇ ਉਹਨੇ ਹੀ ਤੌਰਾਤ ਤੇ ਇੰਜੀਲ ਨੂੰ ਲਾਇਆ ਜਿਹੜੀਆਂ ਪਿਛਲੇ ਜ਼ਮਾਨੇ ਵਿੱਚ ਲੋਕਾਂ ਲਈ ਹਿਦਾਇਤ ਦਾ ਜ਼ਰੀਆ ਬਣੀਆਂ ਤੇ ਉਹਨੇ ਹੀ ਕੁਰਾਨ ਲਾਇਆ ਬਿਲਾਸ਼ੱਕ ਜਿਨ੍ਹਾਂ ਲੋਕਾਂ ਨੇ ਰੱਬ ਦੀਆਂ ਨਿਸ਼ਾਨੀਆਂ ਦਾ ਇਨਕਾਰ ਕੀਤਾ ਉਹਨਾਂ ਲਈ ਡਾਢਾ ਅਜ਼ਾਬ ਹੈ ਤੇ ਰੱਬ ਡਾਢਾ ਬਦਲਾ ਲੈਣ ਵਾਲਾ ਹੈ ਰੱਬ ਕੋਲੋਂ ਅਸਮਾਨ ਤੇ ਜ਼ਮੀਨ ਵਿੱਚ ਕੋਈ ਸ਼ੈ ਲੁਕੀ ਨਹੀਂ ਉਹੀ ਮਾਂ ਦੇ ਢਿੱਡ ਵਿੱਚ ਤੁਹਾਨੂੰ ਜਿਹੋ ਜਿਹੀ ਚਾਹੁੰਦਾ ਏ ਸ਼ਕਲ ਦਿੰਦਾ ਏ
ਉਹਦੇ ਸਿਵਾ ਕੋਈ ਇਬਾਦਤ ਦੇ ਲਾਇਕ ਨਹੀਂ, ਜਿਹੜਾ ਡਾਢਾ ਤੇ ਅਕਲ ਵਾਲਾ ਹੈ। هو الذي أنزل عليك الكتاب منه آيات محكمات هن أم الكتاب وأخر متشابهات فأما الذين في قلوبهم زيغ فيتبعون ما تشابه منه ابتغاء الفتنة وابتغاء تأويله وما يعلم تأويله إلا الله والراسخون في العلم يقولون آمنا به كل من عند ربنا وما يذكر إلا أولو الألباب ਉਸੇ ਨੇ ਤੁਹਾਡੇ ਉੱਤੇ ਕਿਤਾਬ ਲਾਈ ਏ ਜਿੰਦੇ ਵਿੱਚ ਪੱਕੀਆਂ ਨਿਸ਼ਾਨੀਆਂ ਨੇ ਜਿਹੜੀਆਂ ਉਸ ਕਿਤਾਬ ਦੀ ਬੁਨਿਆਦ ਨੇ ਤੇ ਕੁਝ ਦੂਜੀਆਂ ਆਇਤਾਂ ਇੱਕ ਦੂਜੇ ਨਾਲ ਮਿਲਦੀਆਂ ਨੇ। ਬਸ ਜਿਨ੍ਹਾਂ ਲੋਕਾਂ ਦੇ ਦਿਲ ਵਿੱਚ ਖੋਟ ਹੁੰਦਾ ਏ ਉਹ ਝਗੜਾ ਪਾਉਣ ਲਈ ਤੇ ਆਪਣੀ ਮਰਜ਼ੀ ਦੇ ਮੁਤਾਬਕ ਫੇਰਨ ਲਈ ਇਹਨਾਂ ਇੱਕੋ ਜਿਹੀਆਂ ਆਇਤਾਂ ਦੇ ਮਗਰ ਲੱਗ ਜਾਂਦੇ ਨੇ। ਹਾਲਾਂ ਇਹਨਾਂ ਦਾ ਮਤਲਬ ਰੱਬ ਦੇ ਸਿਵਾ ਕੋਈ ਨਹੀਂ ਜਾਣਦਾ ਤੇ ਪੱਕੇ ਇਲਮ ਵਾਲੇ ਆਖਦੇ ਨੇ ਕਿ ਅਸੀਂ ਇਹਨਾਂ ਤੇ ਈਮਾਨ ਲੈ ਆਏ, ਸਾਰਾ ਸਾਡੇ ਰੱਬ ਵੱਲੋਂ ਹੈ ਤੇ ਨਸੀਹਤ ਤੇ ਸਿਰਫ ਅਕਲ ਵਾਲੇ ਹਾਸਲ ਕਰਦੇ ਨੇ। ربنا لا تزغ قلوبنا بعد إذ هديتنا وهب لنا من لدنك رحمة إنك أنت الوهاب ربنا إنك جامع الناس ليوم لا ريب فيه إن الله لا يخلف الميعاد إن الذين كفروا لن تغني عنهم أموالهم ولا أولادهم من الله شيئا وأولئك هم وقود النار كدأب آل فرعون والذين من قبلهم كذبوا بآياتنا فأخذهم الله بذنوبهم والله شديد العقاب ਐ ਸਾਡੇ ਰੱਬ ਸਾਡੇ ਦਿਲਾਂ ਨੂੰ ਹਿਦਾਇਤ ਦੇਣ ਤੋਂ ਬਾਅਦ ਭੈੜੇ ਰਸਤੇ ਨਾ ਕਰੀ ਤੇ ਸਾਨੂੰ ਆਪਣੇ ਕੋਲੋਂ ਰਹਿਮਤ عطا ਫਰਮਾ। ਬਿਲਾ ਸ਼ੱਕ ਤੂੰ ਬਹੁਤ ਦੇਣ ਵਾਲਾ ਹੈ। ਐ ਸਾਡੇ ਰੱਬ ਤੂੰ ਲੋਕਾਂ ਨੂੰ ਇਕੱਠਾ ਕਰੇਗਾ ਇੱਕ ਇਹੋ ਜਿਹੇ ਦਿਹਾੜੇ ਜਿੰਦੇ ਆਨ ਵਿੱਚ ਕੋਈ ਸ਼ੱਕ ਨਹੀਂ ਹੈ। ਬਿਲਾ ਸ਼ੱਕ ਰੱਬ ਵਕਤ ਦੇ ਖਿਲਾਫ ਨਹੀਂ ਕਰਦਾ। ਬਿਲਾ ਸ਼ੱਕ ਜਿਹੜੇ ਲੋਕਾਂ ਨੇ ਕੁਫਰ ਕੀਤਾ ਉਹਨਾਂ ਦਾ ਮਾਲ ਤੇ ਉਹਨਾਂ ਦੀ ਔਲਾਦ ਰੱਬ ਦੇ ਅਜ਼ਾਬ ਤੋਂ ਬਚਾਉਣ ਲਈ ਉਹਨਾਂ ਦੇ ਕੁਝ ਕੰਮ ਨਹੀਂ ਆਵੇਗੀ ਤੇ ਉਹੀ ਲੋਕੀ ਅੱਗ ਦਾ ਬਾਲਣ ਬਣਨਗੇ। ਉਹਨਾਂ ਦਾ ਹਾਲ ਫਿਰੌਨੀਆਂ ਵਰਗਾ ਤੇ ਉਹਨਾਂ ਲੋਕਾਂ ਵਰਗਾ ਏ ਜਿਹੜੇ ਉਹਨਾਂ ਤੋਂ ਪਹਿਲਾਂ ਸਨ। ਉਹਨਾਂ ਨੇ ਸਾਡੀਆਂ ਨਿਸ਼ਾਨੀਆਂ ਨੂੰ ਝੁਠਾਇਆ ਤੇ ਰੱਬ ਨੇ ਉਹਨਾਂ ਦੇ ਗੁਨਾਹਾਂ ਸਬਬ ਉਹਨਾਂ ਨੂੰ ਫੜ ਲਿਆ ਤੇ ਰੱਬ ਦਾ ਅਜ਼ਾਬ ਬਹੁਤ ਡਾਢਾ ਹੈ। قل للذين كفروا ستغلبون وتحشرون إلى جهنم وبئس المهاد قد كان لكم آية في فئتين التقتا فئة تقاتل في سبيل الله وأخرى كافرة يرونهم مثليهم رأي العين والله يؤيد بنصره من يشاء إن في ذلك لعبرة لأولي الأبصار زين للناس حب الشهوات من النساء والبنين والقناطير المقنطرة من الذهب والفضة والخيل المسومة والأنعام والحرث
ذلك متاع الحياة الدنيا والله عنده حسن المآب। ਤੁਸੀਂ ਕਾਫਰਾਂ ਨੂੰ ਆਖ ਦੇਵੋ ਕਿ ਤੁਸੀਂ ਬਹੁਤ ਛੇਤੀ ਹਾਰ ਜਾਓਗੇ ਤੇ ਦੋਜ਼ਖ ਵੱਲ ਲਿਜਾਣ ਵਾਸਤੇ ਇਕੱਠੇ ਕੀਤੇ ਜਾਓਗੇ ਤੇ ਉਹ ਬਹੁਤ ਹੀ ਭੈੜਾ ਟਿਕਾਣਾ ਹੈ। ਬਿਲਾ ਸ਼ੱਕ ਤੁਹਾਡੇ ਲਈ ਦੋਵਾਂ ਜੱਥਿਆਂ ਵਿੱਚ ਇੱਕ ਨਿਸ਼ਾਨੀ ਸੀ ਜਿਹੜੇ ਇੱਕ ਦੂਜੇ ਦੇ ਆਮਣੇ ਸਾਹਮਣੇ ਆ ਗਏ। ਇੱਕ ਜੱਥਾ ਰੱਬ ਦੀ ਰਾਹ ਵਿੱਚ ਜੰਗ ਕਰ ਰਿਹਾ ਸੀ ਤੇ ਦੂਜਾ ਕਾਫਰਾਂ ਦਾ ਜੱਥਾ ਮੁਸਲਮਾਨਾਂ ਨੂੰ ਆਪਣੀਆਂ ਅੱਖਾਂ ਨਾਲ ਆਪਣੇ ਤੋਂ ਦੂਣਾ ਵੇਖ ਰਿਹਾ ਸੀ ਤੇ ਰੱਬ ਆਪਣੀ ਮਦਦ ਰਾਹੀਂ ਜਿਹਦੀ ਚਾਹੁੰਦਾ ਹੈ ਮਦਦ ਕਰਦਾ ਹੈ। ਬਿਲਾ ਸ਼ੱਕ ਇਹਦੇ ਵਿੱਚ ਵੇਖਣ ਵਾਲਿਆਂ ਲਈ ਨਸੀਹਤ ਹੈ। ਲੋਕਾਂ ਲਈ ਖਾਹਿਸ਼ਾਂ ਦੀ ਮੁਹੱਬਤ ਸੋਹਣੀ ਬਣਾ ਦਿੱਤੀ ਗਈ ਹੈ, ਯਾਨੀ ਜ਼ਨਾਨੀਆਂ ਦੀ ਮੁਹੱਬਤ, ਪੁੱਤਰਾਂ ਦੀ ਮੁਹੱਬਤ, ਸੋਨੇ ਤੇ ਚਾਂਦੀ ਦੇ ਖਜ਼ਾਨਿਆਂ ਦੀ ਮੁਹੱਬਤ, ਪਲੇ ਹੋਏ ਘੋੜਿਆਂ, ਡੰਗਰਾਂ ਤੇ ਫਸਲਾਂ ਦੀ ਮੁਹੱਬਤ, ਇਹ ਸਾਰੀਆਂ ਸ਼ੈਵਾਂ ਦੁਨੀਆ ਦੀ ਜ਼ਿੰਦਗੀ ਦਾ ਸਮਾਨ ਨੇ ਤੇ ਚੰਗਾ ਟਿਕਾਣਾ ਤੇ ਰੱਬ ਦੇ ਕੋਲ ਹੈ। قُلْ أَأُنَبِّئُكُم بِخَيْرٍ مِّن ذَلِكُمْ لِلَّذِينَ اتَّقَوْا عِندَ رَبِّهِمْ جَنَّاتٌ تَجْرِي مِن تَحْتِهَا الْأَنْهَارُ خَالِدِينَ فِيهَا وَأَزْوَاجٌ مُطَهَّرَةٌ وَرِضْوَانٌ مِّنَ اللَّهِ وَاللَّهُ بَصِيرٌ بِالْعِبَادِ الَّذِينَ يَقُولُونَ رَبَّنَا إِنَّنَا آمَنَّا فَاغْفِرْ لَنَا ذُنُوبَنَا وَقِنَا عَذَابَ النَّارِ। ਤੁਸੀਂ ਆਖ ਦੇਵੋ ਕੀ ਮੈਂ ਤੁਹਾਨੂੰ ਇਸ ਤੋਂ ਚੰਗੀ ਸ਼ੈ ਦੀ ਖਬਰ ਦੇਵਾਂ। ਰੱਬ ਤੋਂ ਡਰਨ ਵਾਲਿਆਂ ਨੂੰ ਉਹਨਾਂ ਦੇ ਰੱਬ ਕੋਲ ਇਹੋ ਜਿਹੀਆਂ ਜਨਤਾਂ ਲੱਭਣਗੀਆਂ ਜਿਨ੍ਹਾਂ ਦੇ ਹੇਠਾਂ ਨਹਿਰਾਂ ਵਗਦੀਆਂ ਹੋਣਗੀਆਂ। ਉਹਨਾਂ ਵਿੱਚ ਹਮੇਸ਼ਾ ਹੀ ਰਹਿਣਗੇ ਤੇ ਪਾਕ ਸਾਫ਼ ਬੀਵੀਆਂ ਮਿਲਣਗੀਆਂ ਤੇ ਰੱਬ ਦੀ ਖੁਸ਼ੀ ਮਿਲੇਗੀ ਤੇ ਰੱਬ ਆਪਣੇ ਬੰਦਿਆਂ ਨੂੰ ਵੇਖ ਰਿਹਾ ਹੈ। ਜਿਹੜੇ ਆਖਦੇ ਨੇ ਕਿ ਐ ਸਾਡੇ ਰੱਬ ਅਸੀਂ ਈਮਾਨ ਲੈ ਆਏ, ਬਸ ਤੂੰ ਸਾਡੇ ਗੁਨਾਹ ਮਾਫ ਕਰ ਦੇ ਤੇ ਦੋਜ਼ਖ ਦੇ ਅਜ਼ਾਬ ਤੋਂ ਸਾਨੂੰ ਬਚਾ ਦੇ। الصابرين والصادقين والقانتين والمنفقين والمستغفرين بالأسحار شهد الله أنه لا إله إلا هو والملائكة وأولو العلم قائما بالقسط لا إله إلا هو العزيز الحكيم إن الدين عند الله الإسلام وما اختلف الذين أوتوا الكتاب إلا من بعد ما جاءهم العلم بغيا بينهم ومن يكفر بآيات الله فإن الله سريع الحساب। ਜਿਹੜੇ ਸਬਰ ਕਰਨ ਵਾਲੇ, ਸੱਚ ਬੋਲਣ ਵਾਲੇ ਤੇ ਸਾਦਗੀ ਫੜਨ ਵਾਲੇ ਤੇ ਰੱਬ ਦੀ ਰਾਹ ਵਿੱਚ ਖਰਚ ਕਰਨ ਵਾਲੇ ਤੇ ਪਿਛਲੀ ਤਿਹਾਈ ਰਾਤ ਵਿੱਚ ਰੱਬ ਤੋਂ ਬਖਸ਼ਿਸ਼ ਮੰਗਣ ਵਾਲੇ ਹੁੰਦੇ ਨੇ। ਰੱਬ ਗਵਾਹੀ ਦਿੰਦਾ ਹੈ ਕਿ ਉਹਦੇ ਸਿਵਾ ਕੋਈ ਇਬਾਦਤ ਦੇ ਲਾਇਕ ਨਹੀਂ ਤੇ ਫਰਿਸ਼ਤੇ ਤੇ ਇਲਮ ਵਾਲੇ ਗਵਾਹੀ ਦਿੰਦੇ ਨੇ। ਉਹ ਆਪਣੇ ਹੁਕਮਾਂ ਵਿੱਚ ਇਨਸਾਫ ਤੇ ਕਾਇਮ ਨੇ। ਉਹਦੇ ਸਿਵਾ ਕੋਈ ਇਬਾਦਤ ਦੇ ਲਾਇਕ ਨਹੀਂ ਜਿਹੜਾ ਇੱਜ਼ਤ ਵਾਲਾ ਤੇ ਇਲਮ ਵਾਲਾ ਹੈ। ਬਿਲਾ ਸ਼ੱਕ ਸੱਚਾ ਦੀਨ ਰੱਬ ਦੇ ਨੇੜੇ ਇਸਲਾਮ ਹੈ ਤੇ ਕਿਤਾਬ ਵਾਲਿਆਂ ਨੇ ਉਹਨਾਂ ਦੇ ਕੋਲ ਇਲਮ ਆਉਣ ਤੋਂ ਬਾਅਦ ਭੈੜੀ ਸੋਚ ਤੇ ਦੁਸ਼ਮਣੀ ਦੀ ਵਜ੍ਹਾ ਨਾਲ ਮੁਖਾਲਫਤ ਕੀਤੀ ਤੇ ਜਿਹੜਾ ਰੱਬ ਦੀਆਂ ਨਿਸ਼ਾਨੀਆਂ ਦਾ ਇਨਕਾਰ ਕਰੇਗਾ ਤੇ ਰੱਬ ਬਹੁਤ ਛੇਤੀ ਹਿਸਾਬ ਲੈਣ ਵਾਲਾ ਹੈ। فَإِنْ حَاجُّوكَ فَقُلْ أَسْلَمْتُ وَجْهِيَ لِلَّهِ وَمَنِ اتَّبَعَنِي وَقُلْ لِلَّذِينَ أُوتُوا الْكِتَابَ وَالْأُمِّيِّينَ أَأَسْلَمْتُمْ فَإِنْ أَسْلَمُوا فَقَدِ اهْتَدَوْا وَإِنْ تَوَلَّوْا فَإِنَّمَا عَلَيْكَ الْبَلَاغُ
वल्लाहु बसीरुम बिल इबाद। इन्नल्लज़ीन यकफुरून बिआयातिल्लाहि व यक़्तुलून अन्नबिय्यीन बिग़ैरि हक़्क़िन व यक़्तुलून अल्लज़ीन यअमुरून बिल्क़िस्ति मिनन नास फबश्शिरहुम बिअज़ाबिन अलीम। बस जे ओ लोकी ਤੁਹਾਡੇ ਨਾਲ ਝਗੜਾ ਕਰਨ ਤੇ ਤੁਸੀਂ ਆਖਦੇ ਹੋ ਕਿ ਮੈਂ ਤੇ ਰੱਬ ਦੇ ਸਾਹਮਣੇ ਆਪਣਾ ਸਿਰ ਨੀਵਾਂ ਕਰ ਦਿੱਤਾ ਹੈ ਤੇ ਮੇਰੇ ਮੰਨਣ ਵਾਲਿਆਂ ਨੇ ਵੀ, ਤੇ ਤੁਸੀਂ ਕਿਤਾਬ ਵਾਲਿਆਂ ਤੇ ਅਰਬ ਦੇ ਮੁਸ਼ਰਿਕਾਂ ਨੂੰ ਆਖਦੇ ਹੋ ਕਿ ਕੀ ਤੁਸੀਂ ਲੋਕਾਂ ਨੇ ਵੀ ਆਪਣਾ ਸਿਰ ਰੱਬ ਦੇ ਸਾਹਮਣੇ ਨੀਵਾਂ ਕਰ ਦਿੱਤਾ ਹੈ। ਬਸ ਜੇ ਉਹ ਇਸਲਾਮ ਲੈ ਆਣਗੇ ਤੇ ਹਿਦਾਇਤ ਪਾ ਲੈਣਗੇ ਤੇ ਜੇ ਫਿਰਨਗੇ ਤੇ ਤੁਹਾਡੀ ਜ਼ਿੰਮੇਦਾਰੀ ਸਿਰਫ ਪੈਗਾਮ ਪਹੁੰਚਾ ਦੇਣਾ ਹੈ ਤੇ ਰੱਬ ਆਪਣੇ ਬੰਦਿਆਂ ਨੂੰ ਵੇਖ ਰਿਹਾ ਹੈ। ਬਿਲਾਸ਼ੱਕ ਜਿਹੜੇ ਲੋਕੀ ਰੱਬ ਦੀਆਂ ਨਿਸ਼ਾਨੀਆਂ ਦਾ ਇਨਕਾਰ ਕਰਦੇ ਨੇ ਤੇ ਨਬੀਆਂ ਨੂੰ ਨਾਹਕ ਕਤਲ ਕਰਦੇ ਨੇ ਤੇ ਉਹਨਾਂ ਲੋਕਾਂ ਨੂੰ ਕਤਲ ਕਰਦੇ ਨੇ ਜਿਹੜੇ ਇਨਸਾਫ ਦਾ ਹੁਕਮ ਦਿੰਦੇ ਨੇ, ਉਹਨਾਂ ਨੂੰ ਤੁਸੀਂ ਡਾਢੇ ਅਜ਼ਾਬ ਦੀ ਖਬਰ ਦੇ ਦਵੋ। أولئك الذين حبطت أعمالهم في الدنيا والآخرة وما لهم من ناصرين ألم تر إلى الذين أوتوا نصيبا من الكتاب يدعون إلى كتاب الله ليحكم بينهم ثم يتولى فريق منهم وهم معرضون। ਇਹੋ ਉਹ ਲੋਕੀ ਨੇ ਜਿਨ੍ਹਾਂ ਦੇ ਅਮਲ ਦੁਨੀਆ ਤੇ ਆਖਿਰਤ ਵਿੱਚ ਜ਼ਾਇਆ ਹੋ ਗਏ ਤੇ ਉਹਨਾਂ ਦੀ ਕੋਈ ਮਦਦ ਨਹੀਂ ਕਰੇਗਾ। ਕੀ ਤੁਸੀਂ ਉਹਨਾਂ ਲੋਕਾਂ ਨੂੰ ਨਹੀਂ ਵੇਖਿਆ ਜਿਨ੍ਹਾਂ ਨੂੰ ਰੱਬ ਦੀ ਕਿਤਾਬ ਦਾ ਇੱਕ ਹਿੱਸਾ ਲੱਭਿਆ? ਉਹਨਾਂ ਨੂੰ ਰੱਬ ਦੀ ਕਿਤਾਬ ਵੱਲ ਸੱਦਿਆ ਜਾਂਦਾ ਹੈ ਤਾਂ ਕਿ ਇਹਨਾਂ ਦੇ ਵਿੱਚ ਫੈਸਲਾ ਕਰ ਦੇਵੇ। ਫਿਰ ਉਹਨਾਂ ਦੀ ਇੱਕ ਜਮਾਤ ਇਹਦੇ ਤੋਂ ਮੂੰਹ ਪਰਤਾ ਕੇ ਟੁਰ ਜਾਂਦੀ ਹੈ। ذلك بأنهم قالوا لن تمسنا النار إلا أياما معدودات وغرهم في دينهم ما كانوا يفترون فكيف إذا جمعناهم ليوم لا ريب فيه ووفيت كل نفس ما كتبت وهم لا يظلمون۔ ਇਸ ਵਜ੍ਹਾ ਨਾਲ ਕਿ ਉਹ ਕਹਿੰਦੇ ਨੇ ਕਿ ਕੁਝ ਦਿਨਾਂ ਦੇ ਸਿਵਾ ਸਾਨੂੰ ਅੱਗ ਨਹੀਂ ਲੱਗੇਗੀ ਤੇ ਉਹਨਾਂ ਨੂੰ ਉਹਨਾਂ ਦੇ ਦੀਨ ਦੇ ਮਾਮਲੇ ਵਿੱਚ ਉਹਨਾਂ ਦੀਆਂ ਖੁਸ਼ੀਆਂ ਨੇ ਧੋਖੇ ਵਿੱਚ ਪਾ ਦਿੱਤਾ ਹੈ। ਬਸ ਕੀ ਹਾਲ ਹੋਏਗਾ ਉਹਨਾਂ ਦਾ ਜਦੋਂ ਅਸੀਂ ਉਹਨਾਂ ਨੂੰ ਇੱਕ ਦਿਹਾੜੇ ਇਕੱਠਾ ਕਰਾਂਗੇ ਜਿੰਦੇ ਆਨ ਵਿੱਚ ਕੋਈ ਸ਼ੱਕ ਨਹੀਂ ਤੇ ਹਰ ਬੰਦੇ ਨੂੰ ਉਹਦੇ ਕੀਤੇ ਦਾ ਪੂਰਾ ਪੂਰਾ ਬਦਲ ਦਿੱਤਾ ਜਾਵੇਗਾ ਤੇ ਉਹਨਾਂ ਉੱਤੇ ਜ਼ੁਲਮ ਨਹੀਂ ਹੋਵੇਗਾ। قل اللهم مالك الملك تؤتي الملك من تشاء وتنزع الملك ممن تشاء وتعز من تشاء وتذل من تشاء وتعز من تشاء وتذل من تشاء بيدك الخير إنك على كل شيء قدير۔ ਤੁਸੀਂ ਆਖ ਦੇਵੋ ਕਿ ਐ ਮੇਰੇ ਰੱਬ ਸੱਚੀ ਬਾਦਸ਼ਾਹੀ ਦੇ ਮਾਲਿਕ, ਤੂੰ ਜਿੰਨੂੰ ਚਾਹਨਾ ਹੈ ਬਾਦਸ਼ਾਹੀ ਦੇਣਾ ਹੈ ਤੇ ਜਿਹਦੇ ਤੋਂ ਚਾਹਨਾ ਹੈ ਬਾਦਸ਼ਾਹੀ ਖੋ ਲੈਣਾ ਹੈ ਤੇ ਜਿਹਨੂੰ ਚਾਹਨਾ ਹੈ ਇੱਜ਼ਤ ਦੇਣਾ ਹੈ ਤੇ ਜਿਹਨੂੰ ਚਾਹਨਾ ਹੈ ਜ਼ਲੀਲ ਬਣਾ ਦੇਣਾ ਹੈ। ਸਾਰੀਆਂ ਭਲਾਈਆਂ ਤੇਰੇ ਹੱਥ ਵਿੱਚ ਨੇ, ਬਿਲਾ ਸ਼ੱਕ ਤੂੰ ਹਰ ਸ਼ੈ ਤੇ ਤਾਕਤ ਰੱਖਦਾ ਹੈ। تولج الليل في النهار وتولج النهار في الليل وتخرج الحي من الميت وتخرج الميت من الحي وتخرج الحي من الميت وتخرج الميت من الحي وترزق من تشاء بغير حساب
तू रात नू दिन विच ते दिन नू रात विच दाखिल करना है ते जीउंदे नू मुर्दे विचों ते मुर्दे नू जीउंदे विचों कढना है ते तू जिन्नू चाहना है बेहिसाब रोजी देना है। لا يتخذ المؤمنون الكافرين أولياء من دون المؤمنين ومن يفعل ذلك فليس من الله في شيء إلا أن تتقوا منهم تقاه ويحذركم الله نفسه وإلى الله المصير قل إن تخفوا ما في صدوركم أو تبدوه يعلمه الله ويعلم ما في السماوات وما في الأرض والله على كل شيء قدير। मोमिना लई ठीक नहीं कि ओ मोमना दे सिवा काफरां नू दोस्त बनाण ते जो ऐ करेगा उनदा रब नाल कोई ताल्लुक नहीं होएगा पर ऐ कि उन्हां दी दुश्मनी तो बचण लई कीता होवे ते रब तुहानू अपनी जात तो डरांदा है ते रब वली परख के जाना है। तुसी आख देवो कि तुसी भावें अपने सीने दीयां गल्लां नू लुकाओ या वखाओ रब उन्हां नू जाणदा है ते जो कुछ आसमानां ते जमीन विच है ओनू जाणदा है ते रब हर शै ते ताकत रखदा है। يوم تجد كل نفس ما عملت من خير محضرا وما عملت من سوء تود لو أن بينها وبينه أمدا بعيدا ويحذركم الله نفسه والله رؤوف بالعباد قل إن كنتم تحبون الله فاتبعوني يحببكم الله ويغفر لكم ذنوبكم والله غفور رحيم। उस दिहाड़े नू याद करो जदों हर बंदा अपनी कीती हुई नेकियां नू अपने सामने पावेगा ते अपने कीते हुए गुनाहां नू भी चावेगा ते कदी इन्हां भैड़ियां कम्मां ते इन्हां दे विच बहुत ही दूरी हुंदी ते रब तुहानू अपनी जात तो डरांदा है ते रब अपने बंदियां ते मेहरबान है। तुसी आखदे हो कि जे तुसी रब नाल मुहब्बत करदे हो ते मेरे पीछे टुरो रब तुहाडे नाल मुहब्बत करेगा ते तुहाडे गुनाह माफ कर देवेगा ते रब बहुत माफ करण वाला रहम करण वाला है। قل أطيعوا الله والرسول فإن تولوا فإن الله لا يحب الكافرين إن الله اصطفى آدم ونوحا وآل إبراهيم وآل عمران على العالمين ذرية بعضها من بعض والله سميع عليم। तुसी आख देवो कि रब ते उनदे रसूल सल्लल्लाहु अलैहि वसल्लम पिछे टुरो जे ओ मुंह परता लैन ते रब काफरां नाल मुहब्बत नहीं रखता। बिलाशक रब ने सारी दुनिया दे लोगां दे मुकाबले विच आदम अलैहिस्सलाम ते नूह अलैहिस्सलाम ते इब्राहिम दी औलाद ते इमरान दी औलाद नू चुन लिया जेड़े एक दूजे दी नस्ल विचों ने ते रब चंगा सुनन वाला ते बहुत जानन वाला है। إذ قالت امرأة عمران رب إني نذرت لك ما في بطني محررا فتقبل مني إنك أنت السميع العليم فلما وضعتها قالت رب إني وضعتها أنثى والله أعلم بما وضعت وليس الذكر كالأنثى
وَلَيْسَ الذَّكَرُ كَالْأُنثَى وَإِنِّي سَمَّيْتُهَا مَرْيَمَ وَإِنِّي أُعِيذُهَا بِكَ وَذُرِّيَّتَهَا مِنَ الشَّيْطَانِ الرَّجِيمِ। ਜਦੋਂ ਇਮਰਾਨ ਦੀ ਬੀਵੀ ਨੇ ਆਖਿਆ, ਐ ਮੇਰੇ ਰੱਬ, ਮੈਂ ਤੇਰੇ ਲਈ ਆਪਣੇ ਢਿੱਡ ਦੇ ਬੱਚੇ ਦੀ ਆਜ਼ਾਦ ਕਰਕੇ ਮੰਨਤ ਮੰਨ ਲਈ ਏ, ਤੂੰ ਮੇਰੇ ਵੱਲੋਂ ਇਹਨੂੰ ਕਬੂਲ ਫਰਮਾ ਲੈ। ਬਿਲਾਸ਼ੱਕ ਤੂੰ ਹੀ ਚੰਗਾ ਸੁਣਨ ਵਾਲਾ ਤੇ ਬਹੁਤ ਜਾਣਨ ਵਾਲਾ ਹੈ। ਬਸ ਜਦੋਂ ਉਹਨੇ ਉਹਨੂੰ ਜੰਮਿਆ ਤੇ ਆਖਿਆ ਕਿ ਐ ਮੇਰੇ ਰੱਬ, ਮੈਂ ਇਹਨੂੰ ਬੱਚੀ ਜੰਮਿਆ ਹੈ, ਤੇ ਜੋ ਉਹਨੇ ਜੰਮਿਆ ਹੈ ਰੱਬ ਉਹਨੂੰ ਖੂਬ ਜਾਣਦਾ ਸੀ, ਤੇ ਉਹ ਮੁੰਡਾ ਜਿੰਦੀ ਖਾਹਿਸ਼ ਉਹਨੇ ਕੀਤੀ ਸੀ ਉਸ ਕੁੜੀ ਵਰਗਾ ਨਹੀਂ ਜਿਹੜਾ ਰੱਬ ਨੇ ਉਹਨੂੰ ਦਿੱਤਾ। ਮਰੀਮ ਦੀ ਮਾਂ ਨੇ ਆਖਿਆ, ਤੇ ਮੈਂ ਇਹਦਾ ਨਾਮ ਮਰੀਮ ਰੱਖਿਆ ਹੈ, ਤੇ ਮੈਂ ਇਹਨੂੰ ਤੇ ਇਹਦੀ ਔਲਾਦ ਨੂੰ ਸ਼ੈਤਾਨ ਮਰਦੂਦ ਦੀ ਸ਼ਰਾਰਤ ਤੋਂ ਤੇਰੀ ਪਨਾਹ ਵਿੱਚ ਦੇਨੀ ਆ। فتقبلها ربها بقبول حسن وأنبتها نباتا حسنا وكفلها زكريا كلما دخل عليها زكريا المحراب وجد عندها رزقا قال يا مريم أنى لك هذا قالت هو من عند الله إن الله يرزق من يشاء بغير حساب। ਤੇ ਉਹਦੇ ਰੱਬ ਨੇ ਉਹਨੂੰ ਕਬੂਲ ਕਰ ਲਿਆ ਤੇ ਉਹਦੀ ਚੰਗੀ ਵਤਾਨ ਕੀਤੀ ਤੇ ਜ਼ਕਰੀਆ ਅਲੈਹਿਸਲਾਮ ਨੂੰ ਉਹਦਾ ਜ਼ਿੰਮੇਦਾਰ ਬਣਾਇਆ। ਜਦੋਂ ਵੀ ਜ਼ਕਰੀਆ ਅਲੈਹਿਸਲਾਮ ਉਹਦੇ ਕੋਲ ਮਿਹਰਾਬ ਵਿੱਚ ਜਾਂਦੇ, ਉਹਦੇ ਕੋਲ ਖਾਣ ਪੀਣ ਦੀਆਂ ਸ਼ੈਵਾਂ ਵੇਖਦੇ, ਉਹ ਪੁੱਛਦੇ ਕਿ ਐ ਮਰੀਮ, ਇਹ ਸ਼ੈਵਾਂ ਕਿੱਥੋਂ ਤੇਰੇ ਲਈ ਆਈਆਂ ਨੇ? ਉਹ ਕਹਿੰਦੀਆਂ ਕਿ ਇਹ ਰੱਬ ਵੱਲੋਂ ਹੈ। ਬਿਲਾਸ਼ੱਕ ਰੱਬ ਜਿੰਨੂੰ ਚਾਹੁੰਦਾ ਹੈ ਬੇਹਿਸਾਬ ਰੋਜ਼ੀ ਦਿੰਦਾ ਹੈ। هنالك دعا زكريا ربه قال رب هب لي من لدنك ذرية طيبة إنك سميع الدعاء। ਉਸੇ ਹੀ ਥਾਂ ਤੇ ਉਸੇ ਹੀ ਵੇਲੇ ਜ਼ਕਰੀਆ ਅਲੈਹਿਸਲਾਮ ਨੇ ਆਪਣੇ ਰੱਬ ਤੋਂ ਦੁਆ ਕੀਤੀ, ਆਖਿਆ, ਐ ਮੇਰੇ ਰੱਬ, ਮੈਨੂੰ ਤੂੰ ਆਪਣੇ ਕੋਲੋਂ ਚੰਗੀ ਔਲਾਦ ਅਤਾ ਫਰਮਾ, ਬਿਲਾਸ਼ੱਕ ਤੂੰ ਦੁਆ ਨੂੰ ਸੁਣਨ ਵਾਲਾ ਹੈ। فنادته الملائكة وهو قائم يصلي في المحراب أن الله يبشرك بيحيى مصدقا بكلمة من الله وسيدا وحصورا ونبيا من الصالحين۔ ਤੇ ਫਰਿਸ਼ਤਿਆਂ ਨੇ ਉਹਨਾਂ ਨੂੰ ਆਵਾਜ਼ ਦਿੱਤੀ ਜਦੋਂ ਉਹ ਹੁਜਰੇ ਵਿੱਚ ਖਲੋਤੇ ਨਮਾਜ਼ ਪੜ੍ਹ ਰਹੇ ਸਨ ਕਿ ਰੱਬ ਤੁਹਾਨੂੰ ਯਹਯਾ ਦੀ ਖੁਸ਼ਖਬਰੀ ਦੇ ਰਿਹਾ ਹੈ, ਜਿਹੜਾ ਰੱਬ ਦੇ ਕਲਮੇ ਈਸਾ ਨੂੰ ਸੱਚ ਕਰਨ ਵਾਲਾ ਤੇ ਸਰਦਾਰ ਤੇ ਪਾਕੀ ਵਾਲਾ ਨੇਕ ਨਬੀ ਹੋਵੇਗਾ। قال رب أنى يكون لي غلام وقد بلغني الكبر وامرأتي عاقر قال كذلك الله يفعل ما يشاء قال رب اجعل لي آية قال آيتك ألا تكلم الناس 3 أيام إلا رمزا واذكر ربك كثيرا وسبح بالعشي والإبكار۔ ਜ਼ਕਰੀਆ ਨੇ ਆਖਿਆ, ਐ ਮੇਰੇ ਰੱਬ, ਮੈਨੂੰ ਮੁੰਡਾ ਕਿੰਜ ਹੋ ਸਕਦਾ ਹੈ ਜਦੋਂ ਕਿ ਮੈਂ ਬੁੱਢਾ ਹੋ ਗਿਆ ਤੇ ਮੇਰੀ ਬੀਵੀ ਪਾਂਝ ਹੈ। ਆਖਿਆ, ਐਸੇ ਤਰ੍ਹਾਂ ਰੱਬ ਜੋ ਚਾਹੁੰਦਾ ਹੈ ਕਰਦਾ ਹੈ। ਆਖਿਆ, ਐ ਮੇਰੇ ਰੱਬ, ਮੇਰੇ ਲਈ ਕੋਈ ਨਿਸ਼ਾਨੀ ਮੁਕਰਰ ਕਰ ਦੇ। ਆਖਿਆ, ਤੁਹਾਡੀ ਨਿਸ਼ਾਨੀ ਇਹ ਹੋਵੇਗੀ
कि तुसी 3 ਦਿਹਾੜੇ लोकां नाल सिर्फ इशारियां नाल गल कर सकोगे ते अपने रब नू चोखा याद करो ते सुबह शाम उनदी शान बयान करो। وَإِذْ قَالَتِ الْمَلَائِكَةُ يَا مَرْيَمُ إِنَّ اللَّهَ اصْطَفَاكِ وَطَهَّرَكِ وَاصْطَفَاكِ عَلَى نِسَاءِ الْعَالَمِينَ يَا مَرْيَمُ اقْنُتِي لِرَبِّكِ وَاسْجُدِي وَارْكَعِي مَعَ الرَّاكِعِينَ। ते जदों फरिश्तियां ने आख्या, ऐ मरियम, रब ने तुहानू चुनिया होया बनाया ते तुहानू पाक कीता ते सारे जहान दियां जनानियां दे मुकाबले विच तुहानू चुन लिया। ऐ मरियम, तुसी अपने रब लई गरीबी इख्तियार करो ते सजदा करो ते रकू करन वालियां दे नाल रकू करो। ذَلِكَ مِنْ أَنْبَاءِ الْغَيْبِ نُوحِيهِ إِلَيْكَ وَمَا كُنْتَ لَدَيْهِمْ إِذْ يُلْقُونَ أَقْلَامَهُمْ أَيُّهُمْ يَكْفُلُ مَرْيَمَ وَمَا كُنْتَ لَدَيْهِمْ إِذْ يَخْتَصِمُونَ। ऐ गैब दियां खबरां ने ਜਿਹੜੀਆਂ ਅਸੀਂ ਤੁਹਾਨੂੰ ਵਹੀ ਦੇ ਜ਼ਰੀਏ ਦੱਸ ਰਹੇ ਹਾਂ ਤੇ ਤੁਸੀਂ ਉਹਨਾਂ ਦੇ ਕੋਲ ਉਸ ਵਕਤ ਨਹੀਂ ਸੌ ਜਦੋਂ ਉਹ ਆਪਣੇ ਕਲਮ ਕੁਰੇ ਦੇ ਤੌਰ ਤੇ ਉਰਦਨ ਦੀ ਨਹਿਰ ਵਿੱਚ ਸੁੱਟ ਰਹੇ ਸਨ ਕਿ ਮਰੀਮ ਦੀ ਜ਼ਿੰਮੇਵਾਰੀ ਕਿਹੜਾ ਚੁੱਕੇ ਤੇ ਜਦੋਂ ਉਹ ਇੱਕ ਦੂਜੇ ਨਾਲ ਝਗੜਾ ਕਰ ਰਹੇ ਸਨ ਤੇ ਤੁਸੀਂ ਉਹਨਾਂ ਦੇ ਕੋਲ ਨਹੀਂ ਸੌ। إذ قالت الملائكة يا مريم إن الله يبشرك بكلمة منه اسمه المسيح عيسى بن مريم وجيها في الدنيا والآخرة ومن المقربين ويكلم الناس في المهد وكهلا ومن الصالحين। ਜਦੋਂ ਫਰਿਸ਼ਤਿਆਂ ਨੇ ਆਖਿਆ ਕਿ ਐ ਮਰੀਮ, ਰੱਬ ਤੁਹਾਨੂੰ ਆਪਣੇ ਇੱਕ ਕਲਮੇ ਦੀ ਖੁਸ਼ਖਬਰੀ ਦਿੰਦਾ ਹੈ ਜਿਹਦਾ ਨਾਮ ਮਸੀਹ ਈਸਾ ਬਿਨ ਮਰੀਮ ਹੋਵੇਗਾ, ਜਿਹੜਾ ਦੁਨੀਆ ਤੇ ਆਖਿਰਤ ਵਿੱਚ ਇੱਜ਼ਤ ਵਾਲਾ ਹੋਵੇਗਾ ਤੇ ਮੇਰੇ ਕਰੀਬੀ ਬੰਦਿਆਂ ਵਿੱਚੋਂ ਹੋਵੇਗਾ ਤੇ ਲੋਕਾਂ ਨਾਲ ਗੋਦੀ ਵਿੱਚ ਤੇ ਵੱਡੀ ਉਮਰ ਨੂੰ ਪਹੁੰਚਣ ਤੋਂ ਬਾਅਦ ਗੱਲ ਕਰੇਗਾ ਤੇ ਮੇਰੇ ਨੇਕ ਬੰਦਿਆਂ ਵਿੱਚੋਂ ਹੋਵੇਗਾ। قالت رب أنى يكون لي ولد ولم يمسسني بشر قال كذلك الله يخلق ما يشاء إذا قضى أمرا فإنما يقول له كن فيكون। ਮਰੀਮ ਨੇ ਆਖਿਆ ਕਿ ਐ ਮੇਰੇ ਰੱਬ, ਮੈਨੂੰ ਮੁੰਡਾ ਕਿੰਜ ਹੋ ਸਕਦਾ ਹੈ? ਮੈਨੂੰ ਤੇ ਕਿਸੇ ਇਨਸਾਨ ਨੇ ਹੱਦ ਤਿਕਰ ਨਹੀਂ ਲਾਇਆ। ਆਖਿਆ, ਐਸੇ ਤਰ੍ਹਾਂ ਰੱਬ ਜੋ ਚਾਹੁੰਦਾ ਹੈ ਪੈਦਾ ਕਰਦਾ ਹੈ। ਜਦੋਂ ਕਿਸੇ ਸ਼ੈ ਦਾ ਫੈਸਲਾ ਕਰ ਲੈਂਦਾ ਹੈ ਤੇ ਉਹ ਹੋ ਜਾ ਕਹਿੰਦਾ ਹੈ ਤੇ ਉਹ ਸ਼ੈ ਹੋ ਜਾਂਦੀ ਹੈ। وَيُعَلِّمُهُ الْكِتَابَ وَالْحِكْمَةَ وَالتَّوْرَاةَ وَالْإِنْجِيلَ وَرَسُولًا إِلَى بَنِي إِسْرَائِيلَ أَنِّي قَدْ جِئْتُكُمْ بِآيَةٍ مِّن رَّبِّكُمْ أَنِّي أَخْلُقُ لَكُم مِّنَ الطِّينِ كَهَيْئَةِ الطَّيْرِ فَأَنفُخُ فِيهِ فَيَكُونُ طَيْرًا بِإِذْنِ اللَّهِ وَأُبْرِئُ الْأَكْمَهَ وَالْأَبْرَصَ وَأُحْيِي الْمَوْتَى بِإِذْنِ اللَّهِ وَأُنَبِّئُكُم بِمَا تَأْكُلُونَ وَمَا تَدَّخِرُونَ فِي بُيُوتِكُمْ إِنَّ
إن في ذلك لآية لكم إن كنتم مؤمنين ਤੇ ਰੱਬ ਉਹਨੂੰ ਕਿਤਾਬ ਦਾ ਇਲਮ, ਅਕਲ ਤੇ ਤੌਰਾਤ ਤੇ ਇੰਜੀਲ ਦੇਵੇਗਾ ਤੇ ਰਸੂਲ ਬਣਾ ਕੇ ਬਨੀ ਇਸਰਾਈਲ ਵੱਲ ਤੋਰੇਗਾ, ਜਿਹੜਾ ਉਹਨਾਂ ਨੂੰ ਆਖੇਗਾ ਕਿ ਮੈਂ ਤੁਹਾਡੇ ਕੋਲ ਤੁਹਾਡੇ ਰੱਬ ਵੱਲੋਂ ਨਿਸ਼ਾਨੀ ਲੈ ਕੇ ਆਇਆ ਵਾਂ। ਉਹ ਐ ਕਿ ਮੈਂ ਮਿੱਟੀ ਨਾਲ ਪਰਿੰਦੇ ਦੀ ਸ਼ਕਲ ਬਣਾਵਾਂਗਾ, ਫਿਰ ਉਹਦੇ ਵਿੱਚ ਫੂਕ ਮਾਰਾਂਗਾ ਤੇ ਉਹ ਰੱਬ ਦੇ ਹੁਕਮ ਨਾਲ ਪਰਿੰਦਾ ਹੋ ਜਾਵੇਗਾ, ਤੇ ਮੈਂ ਰੱਬ ਦੇ ਹੁਕਮ ਨਾਲ ਪੈਦਾਇਸ਼ੀ ਅੰਨੇ ਨੂੰ ਤੇ ਫੁੱਲਬੈਰੀ ਵਾਲੇ ਨੂੰ ਠੀਕ ਕਰ ਦਵਾਂਗਾ ਤੇ ਮੁਰਦਿਆਂ ਨੂੰ ਜਿਉਂਦਾ ਕਰ ਦੇਵਾਂਗਾ, ਤੇ ਜੋ ਕੁਝ ਖਾਂਦੇ ਹੋ ਤੇ ਜੋ ਆਪਣੇ ਘਰਾਂ ਵਿੱਚ ਇਕੱਠਾ ਕਰਦੇ ਹੋ ਉਹਦੀ ਤੁਹਾਨੂੰ ਖਬਰ ਦੇਵਾਂਗਾ, ਜੇ ਤੁਸੀਂ ਈਮਾਨ ਵਾਲੇ ਹੋ ਤੇ ਇਹਦੇ ਵਿੱਚ ਤੁਹਾਡੇ ਲਈ ਇੱਕ ਨਿਸ਼ਾਨੀ ਹੈ। وَمُصَدِّقًا لِمَا بَيْنَ يَدَيَّ مِنَ التَّوْرَاةِ وَلِأُحِلَّ لَكُم بَعْضَ الَّذِي حُرِّمَ عَلَيْكُمْ وَجِئْتُكُم بِآيَةٍ مِّن رَّبِّكُمْ فَاتَّقُوا اللَّهَ وَأَطِيعُونِ ਤੇ ਮੈਥੋਂ ਪਹਿਲਾਂ ਜਿਹੜਾ ਤੌਰਾਤ ਲਿਖਿਆ ਏ ਉਹਦੀ ਮੈਂ ਸੱਚਾਈ ਦੱਸਣ ਵਾਲਾ, ਤੇ ਤਾਂ ਕਿ ਮੈਂ ਤੁਹਾਡੇ ਲਈ ਕੁਝ ਉਹਨਾਂ ਸ਼ੈਵਾਂ ਨੂੰ ਹਲਾਲ ਕਰ ਦੇਵਾਂ ਜਿਹੜੀਆਂ ਤੁਹਾਡੇ ਉੱਤੇ ਹਰਾਮ ਕਰ ਦਿੱਤੀਆਂ ਗਈਆਂ ਸਨ, ਤੇ ਮੈਂ ਤੁਹਾਡੇ ਰੱਬ ਵੱਲੋਂ ਨਿਸ਼ਾਨੀ ਲੈ ਕੇ ਆਇਆ ਵਾਂ। ਬਸ ਤੁਸੀਂ ਰੱਬ ਤੋਂ ਡਰੋ ਤੇ ਮੇਰੇ ਪਿੱਛੇ ਟੁਰੋ। إن الله ربي وربكم فاعبدوه هذا صراط مستقيم فلما أحس عيسى منهم الكفر قال من أنصاري إلى الله قال الحواريون نحن أنصار الله آمنا بالله واشهد بأننا مسلمون ਬਿਲਾ ਸ਼ੱਕ ਰੱਬ ਮੇਰਾ ਤੇ ਤੁਹਾਡਾ ਰੱਬ ਹੈ, ਬਸ ਉਹਦੀ ਹੀ ਇਬਾਦਤ ਕਰੋ, ਇਹ ਹੀ ਸਿੱਧੀ ਰਾਹ ਹੈ। ਬਸ ਈਸਾ ਨੇ ਉਹਨਾਂ ਵੱਲੋਂ ਕੁਫਰ ਨੂੰ ਮਹਿਸੂਸ ਕਰ ਲਿਆ ਤੇ ਆਖਿਆ ਕਿ ਰੱਬ ਦੀ ਖਾਤਰ ਮੇਰੀ ਮਦਦ ਕੌਣ ਕਰੇਗਾ। ਸਾਥੀਆਂ ਨੇ ਆਖਿਆ ਕਿ ਅਸੀਂ ਰੱਬ ਦੀ ਮਦਦ ਕਰਨ ਵਾਲੇ ਹਾਂ, ਅਸੀਂ ਰੱਬ ਤੇ ਈਮਾਨ ਲੈ ਆਏ ਹਾਂ, ਤੇ ਐ ਈਸਾ ਤੁਸੀਂ ਗਵਾਹ ਰਹੋ ਕਿ ਅਸੀਂ ਲੋਕੀ ਮੁਸਲਮਾਨ ਹਾਂ। ربنا آمنا بما أنزلت واتبعنا الرسول فاكتبنا مع الشاهدين ومكروا ومكر الله والله خير الماكرين ਐ ਸਾਡੇ ਰੱਬ, ਤੂੰ ਜੋ ਨਾਜ਼ਿਲ ਫਰਮਾਇਆ ਉਹਦੇ ਉੱਤੇ ਈਮਾਨ ਲੈ ਆਏ ਤੇ ਤੇਰੇ ਰਸੂਲ ਦੀ ਪੈਰਵੀ ਕੀਤੀ, ਬਸ ਤੂੰ ਸਾਨੂੰ ਸੱਚ ਦੀ ਗਵਾਹੀ ਦੇਣ ਵਾਲਿਆਂ ਵਿੱਚ ਲਿਖ ਦੇ। ਤੇ ਉਹਨਾਂ ਨੇ ਇਕੱਠ ਕੀਤਾ ਤੇ ਰੱਬ ਨੇ ਵੀ ਗੌਰ ਕੀਤਾ ਤੇ ਰੱਬ ਸਾਰਿਆਂ ਤੋਂ ਚੰਗਾ ਗੌਰ ਕਰਨ ਵਾਲਾ ਹੈ। إذ قال الله يا عيسى إني متوفيك ورافعك إلي ومطهرك من الذين كفروا وجاعل الذين اتبعوك فوق الذين كفروا إلى يوم القيامة ثم إلي مرجعكم فأحكم بينكم فيما كنتم فيه تختلفون ਜਦੋਂ ਰੱਬ ਨੇ ਆਖਿਆ ਕਿ ਐ ਈਸਾ ਮੈਂ ਤੈਨੂੰ ਪੂਰਾ ਲੈਣ ਵਾਲਾ ਤੇ ਤੈਨੂੰ ਆਪਣੇ ਵੱਲ ਚੁੱਕ ਲੈਣ ਵਾਲਾ ਤੇ ਕਾਫਰਾਂ ਦੀ ਨਾਪਾਕ ਫਜ਼ਾ ਤੋਂ ਤੈਨੂੰ ਪਾਕ ਕਰਨ ਵਾਲਾ ਵਾਂ ਤੇ ਤੇਰੇ ਪਿੱਛੇ ਟੁਰਨ ਵਾਲਿਆਂ ਨੂੰ ਕਿਆਮਤ ਤਿਕਰ ਕਾਫਰਾਂ ਦੇ ਉੱਤੇ ਕਰਨ ਵਾਲਾ ਵਾਂ। ਫਿਰ ਤੁਹਾਨੂੰ ਮੇਰੇ ਵੱਲ ਪਰਤ ਕੇ ਆਣਾ ਹੈ ਤੇ ਤੁਹਾਡੇ ਵਿੱਚ ਉਹਨਾਂ ਗੱਲਾਂ ਦਾ ਫੈਸਲਾ ਕਰਾਂਗਾ ਜਿਨ੍ਹਾਂ ਵਿੱਚ ਤੁਸੀਂ ਇੱਕ ਦੂਜੇ ਨਾਲ ਝਗੜਾ ਕਰਦੇ ਸੋ। فَأَمَّا الَّذِينَ كَفَرُوا فَأُعَذِّبُهُمْ عَذَابًا شَدِيدًا فِي الدُّنْيَا وَالْآخِرَةِ وَمَا لَهُم مِّن نَّاصِرِينَ
وَأَمَّا الَّذِينَ آمَنُوا وَعَمِلُوا الصَّالِحَاتِ فَيُوَفِّيهِمْ أُجُورَهُمْ وَاللَّهُ لَا يُحِبُّ الظَّالِمِينَ ذَلِكَ نَتْلُوهُ عَلَيْكَ مِنَ الْآيَاتِ وَالذِّكْرِ الْحَكِيمِ। बस जिन्हां लोकां ने कुफर दी राह फड़ी ਉਹਨਾਂ ਨੂੰ ਦੁਨੀਆ ਤੇ ਆਖਿਰਤ ਵਿੱਚ ਡਾਢਾ ਅਜ਼ਾਬ ਦੇਵਾਂਗਾ ਤੇ ਉਹਨਾਂ ਦੀ ਕੋਈ ਮਦਦ ਨਹੀਂ ਕਰੇਗਾ। ਤੇ ਜਿਹੜੇ ਲੋਕੀ ਈਮਾਨ ਲਿਆਏ ਤੇ ਉਹਨਾਂ ਨੇ ਚੰਗੇ ਕੰਮ ਕੀਤੇ ਤੇ ਰੱਬ ਉਹਨਾਂ ਨੂੰ ਉਹਦਾ ਪੂਰਾ ਪੂਰਾ ਬਦਲਾ ਦੇਵੇਗਾ ਤੇ ਰੱਬ ਜ਼ਾਲਮਾਂ ਨੂੰ ਪਸੰਦ ਨਹੀਂ ਕਰਦਾ। ਇਹ ਨਿਸ਼ਾਨੀਆਂ ਤੇ ਅਕਲ ਵਾਲੀਆਂ ਨਸੀਹਤਾਂ ਅਸੀਂ ਤੁਹਾਨੂੰ ਪੜ੍ਹ ਕੇ ਸੁਣਾ ਰਹੇ ਹਾਂ। إن مثل عيسى عند الله كمثل آدم خلقه من تراب ثم قال له كن فيكون الحق من ربك فلا تكن من الممترين। ਬਿਲਾ ਸ਼ੱਕ ਈਸਾ ਦੀ ਮਿਸਾਲ ਰੱਬ ਦੇ ਨੇੜੇ ਆਦਮ ਦੀ ਮਿਸਾਲ ਹੈ। ਉਹਨੂੰ ਮਿੱਟੀ ਨਾਲ ਪੈਦਾ ਕੀਤਾ, ਫਿਰ ਆਖਿਆ ਕਿ ਹੋ ਜਾ ਤੇ ਉਹ ਹੋ ਗਿਆ। ਇਹ ਤੁਹਾਡੇ ਰੱਬ ਵੱਲੋਂ ਸੱਚੀ ਗੱਲ ਹੈ, ਇਸ ਲਈ ਤੁਸੀਂ ਸ਼ੱਕ ਕਰਨ ਵਾਲਿਆਂ ਵਿੱਚੋਂ ਨਾ ਹੋ ਜਾਓ। فَمَنْ حَاجَّكَ فِيهِ مِنْ بَعْدِ مَا جَاءَكَ مِنَ الْعِلْمِ فَقُلْ تَعَالَوْا نَدْعُ أَبْنَاءَنَا وَأَبْنَاءَكُمْ ونساءنا ونساءكم وأنفسنا وأنفسكم ثم نبتهل فنجعل لعنة الله على الكاذبين। बस जेड़ा कोई तुहाडे कोलों इस बारे विच तुहाडे कोल इलम आ जाण तो बाद झगड़े ते आख देवो कि आओ असी ते तुसी अपने अपने पुत्रां नूं ते जनानियां नूं ते अपने आप नूं इकट्ठा करिए, फिर सच्चे दिल नाल दुआ करिए ते झूठियां ते रब दी लानत भेजिए। إن هذا لهو القصص الحق وما من إله إلا الله وإن الله لهو العزيز الحكيم। فإن تولوا فإن الله عليم بالمفسدين। बिला शक एहो सच्चा बयान है ते रब दे सिवा कोई इबादत के लायक नहीं ते बिला शक रब बहुत अकल वाला है। बस जे ओ फिर जान ते बिला शक रब फसाद करन वालियां नू खूब जानदा है। قل يا أهل الكتاب تعالوا إلى كلمة سواء بيننا وبينكم ألا نعبد إلا الله ولا نشرك به شيئا ألا نعبد إلا الله ولا نشرك به شيئا ولا يتخذ بعضنا بعضا أربابا من دون الله فإن تولوا فقولوا اشهدوا بأننا مسلمون। तुसी आखदे हो कि ऐ किताब वालियो आओ एक कलमे ते इकट्ठे हो जाइए जिंदे विच असी ते तुसी इक्को जिहा है। ओ ऐ कि रब दे सिवा किसे दी इबादत ना करिए ते ओंदे नाल किसे नू शामिल ना करिए ते साडे विचों कोई किसे नू रब दे सिवा इबादत दे लायक ना बनावे। बस जे ओ फिर जान ते मुसलमानों तुसी आखदे हो गवाह रहो कि असी मुसलमान हां। يا أهل الكتاب لم تحاجون في إبراهيم وما
التوراة والإنجيل إلا من بعده أفلا تعقلون ها أنتم هؤلاء حاججتم فيما لكم به علم فلم تحاجون فيما ليس لكم به علم والله يعلم وأنتم لا تعلمون ऐ किताब वालियो इब्राहीम अलैहिस्सलाम बारे क्यों झगड़दे हो हालां तौरात ते इंजील ते उन्हां तो बहुत बाद विच लाईयां गईयां ने की तुसी समझदे नहीं हो थोड़ी अकल वालियो तुसी गलत बहस कर ले जिंदे बारे तुहानू कुछ इलम हैगा सी पर जिस बारे तुहाडे कोल कोई इलम नहीं ओंदे विच क्यों गलत बहस करदे हो ते रब जानदा है ते तुसी लोकी नहीं जानते ما كان إبراهيم يهوديا ولا نصرانيا ولكن كان حنيفا مسلما وما كان من المشركين إن أولى الناس بإبراهيم للذين اتبعوه وهذا النبي والذين آمنوا والله ولي المؤمنين ودت طائفة من أهل الكتاب لو يضلونكم وما يضلون إلا أنفسهم وما يشعرون يا أهل الكتاب لم تكفرون بآيات الله وأنتم تشهدون इब्राहीम अलैहिस्सलाम ना ते यहूदी सन ना ईसाई बल्कि ओ रब नू एक मनण वाले मुसलमान सन ते ओ मुशरिकां विचों नहीं सन लोकां विचों सब तो बहुते इब्राहीम अलैहिस्सलाम दे हकदार ओ लोकी ने जिन्हां ने उन्हां दी पैरवी कीती ते ऐ नबी ते जेड़े लोकी ईमान ले आए ते रब मोमना दा दोस्त है किताब वालियां दा एक जत्था चाहंदा है कि ओ तुहानू भैड़े रस्ते ते पा देवे हालां ओ लोकी सिर्फ अपने आप नू भैड़े रस्ते ते पा रहे ने ते उन्हां नू ऐदा इल्म नहीं ऐ किताब वालियो तुसी रब दीयां आयतां दा क्यों इनकार करदे हो हालां तुसी उन्हां दी सच्चाई दी गवाही देंदे रहे हो يا أهل الكتاب لم تلبسون الحق بالباطل وتكتمون الحق وأنتم تعلمون وقالت طائفة من أهل الكتاب آمنوا بالذي أنزل على الذين آمنوا وجه النهار واكفروا آخره لعلهم يرجعون किताब वालियो तुसी सच ते झूठ नू क्यों मिलांदे हो ते जाणदियां होयां सच नू लुकाउंदे हो ते किताब वालियां दे एक जत्थे ने आख्या कि ईमान वालियां ते जो कुछ लखिया है ओंदे उत्ते तुसी लोकी दिन चढ़े ईमान लै आओ ते शाम दे वक्त इनकार कर देवो शायद कि ओ लोकी अपने दीन तो फिर जान ولا تؤمنوا إلا لمن تبع دينكم قل إن الهدى هدى الله أن يؤتى أحد مثل ما أوتيتم أو يحاجوكم عند ربكم قل إن الفضل بيد الله يؤتيه من يشاء
والله واسع عليم يختص برحمته من يشاء والله ذو الفضل العظيم ਤੇ ਤੁਸੀਂ ਲੋਕੀ ਸਿਰਫ ਉਹਦੇ ਤੇ ਹੀ ਯਕੀਨ ਕਰੋ ਜਿਹੜਾ ਤੁਹਾਡੇ دین ਦੀ ਪੈਰਵੀ ਕਰਦਾ ਹੈ। ਤੁਸੀਂ ਆਖ ਦਿਓ ਕਿ ਅਸਲੀ ਹਿਦਾਇਤ ਤੇ ਰੱਬ ਦੀ ਹਿਦਾਇਤ ਹੈ ਤੇ ਇਹ ਬਿਲਕੁਲ ਨਾ ਮੰਨੋ ਕਿ ਕਿਸੇ ਨੂੰ ਉਹੋ ਜਿਹਾ ਹੀ دین ਦਿੱਤਾ ਜਾਵੇਗਾ ਜਿਹੋ ਜਿਹਾ ਤੁਹਾਨੂੰ ਦਿੱਤਾ ਗਿਆ ਹੈ ਜਾਂ ਉਹ ਲੋਕੀ ਤੁਹਾਡੇ ਰੱਬ ਦੇ ਕੋਲ ਤੁਹਾਡੇ ਨਾਲ ਝਗੜਨਗੇ। ਤੁਸੀਂ ਆਖ ਦਿਓ ਕਿ ਫਜ਼ਲ ਤੇ ਰੱਬ ਦੇ ਹੱਥ ਵਿੱਚ ਹੈ, ਜਿਹਨੂੰ ਚਾਹੁੰਦਾ ਹੈ ਅਤਾ ਕਰਦਾ ਹੈ ਤੇ ਰੱਬ ਬਹੁਤ ਵਡਿਆਈ ਵਾਲਾ ਤੇ ਬਹੁਤ ਜਾਣਨ ਵਾਲਾ ਹੈ। ਜਿਹਨੂੰ ਚਾਹੁੰਦਾ ਹੈ ਆਪਣੀ ਰਹਿਮਤ ਨਾਲ ਖਾਸ ਕਰ ਦਿੰਦਾ ਹੈ ਤੇ ਰੱਬ ਬਹੁਤ ਫਜ਼ਲ ਵਾਲਾ ਹੈ। وَمِنْ أَهْلِ الْكِتَابِ مَنْ إِنْ تَأْمَنْهُ بِقِنْطَارٍ يُؤَدِّهِ إِلَيْكَ وَمِنْهُمْ مَنْ إِنْ تَأْمَنْهُ بِدِينَارٍ لَا يُؤَدِّهِ إِلَيْكَ إِلَّا مَا دُمْتَ عَلَيْهِ قَائِمًا ذلك بأنهم قالوا ليس علينا في الأميين سبيل ويقولون على الله الكذب وهم يعلمون ਤੇ ਕਿਤਾਬ ਵਾਲਿਆਂ ਵਿੱਚ ਕੁਝ ਇਹੋ ਜਿਹੇ ਹੁੰਦੇ ਨੇ ਜਿਨ੍ਹਾਂ ਨੂੰ ਜੇ ਇੱਕ ਖਜ਼ਾਨੇ ਦਾ ਪਹਿਰੇਦਾਰ ਬਣਾ ਦਿਓਗੇ ਤੇ ਉਹ ਤੁਹਾਨੂੰ ਵਾਪਸ ਦੇ ਦੇਣਗੇ ਤੇ ਇਹਨਾਂ ਵਿੱਚ ਕੁਝ ਇਹੋ ਜਿਹੇ ਹੁੰਦੇ ਨੇ ਕਿ ਜੇ ਇੱਕ ਦੀਨਾਰ ਦਾ ਵੀ ਪਹਿਰੇਦਾਰ ਬਣਾ ਦਿਓਗੇ ਤੇ ਤੁਹਾਨੂੰ ਵਾਪਸ ਨਹੀਂ ਕਰਨਗੇ ਸਿਵਾ ਇਹਦੇ ਕਿ ਉਹਨਾਂ ਦੇ ਸਿਰ ਤੇ ਚੜੇ ਰਹੋ। ਇਹ ਐਸਾ ਹੀ ਕਿ ਉਹ ਕਹਿੰਦੇ ਨੇ ਕਿ ਇਹਨਾਂ ਅਨਪੜਾਂ ਦੇ ਨਾਲ ਧੋਖਾ ਕਰਨ ਵਿੱਚ ਸਾਡੇ ਉੱਤੇ ਕੋਈ ਗੁਨਾਹ ਨਹੀਂ ਤੇ ਰੱਬ ਬਾਰੇ ਜਾਣਦਿਆਂ ਹੋਇਆਂ ਝੂਠ ਬੋਲਦੇ ਨੇ। بلى من أوفى بعهده واتقى فإن الله يحب المتقين إن الذين يشترون بعهد الله وأيمانهم ثمنا قليلا أولئك لا خلاق لهم في الآخرة ولا يكلمهم الله ولا ينظر إليهم يوم القيامة ولا يزكيهم ولهم عذاب أليم हाँ जरूर गुनाह होवेगा जेड़ा बंदा अपना वादा पूरा करेगा ते रब तो डरेगा ते रब परहेजगारां दे नाल मुहब्बत करदा है। बिलाशक जेड़े लोकी रब नाल कीते होए वादे ते अपनियां कसमां दे बदल विच थोड़ा मुल कबूल कर लैंदे ने आखिरत विच उन्हां नूं कोई हिस्सा नहीं लभेगा ते रब उन्हां नाल गल नहीं करेगा ते क़यामत दिहाड़े उन्हां वल नजर चुक के भी नहीं वेखेगा ते ना ही उन्हां नूं पाक करेगा। उन्हां लोकां लई डाढा पैड़ा अज़ाब होवेगा। وَإِنَّ مِنْهُمْ لَفَرِيقًا يَلْوُونَ أَلْسِنَتَهُم بِالْكِتَابِ لِتَحْسَبُوهُ مِنَ الْكِتَابِ وَمَا هُوَ مِنَ الْكِتَابِ وَيَقُولُونَ هُوَ مِنْ عِندِ اللَّهِ وما هو من عند الله ويقولون على الله الكذب وهم يعلمون ਤੇ ਉਹਨਾਂ ਵਿੱਚ ਬਿਲਾ ਸ਼ੱਕ ਇਹੋ ਜਿਹੇ ਲੋਕੀ ਵੀ ਨੇ ਜਿਹੜੇ ਆਪਣੀਆਂ ਜ਼ਬਾਨਾਂ ਨੂੰ ਕਿਤਾਬ ਪੜ੍ਹਦਿਆਂ ਹੋਇਆਂ ਮਰੋੜਦੇ ਨੇ ਤਾਂ ਕਿ ਤੁਸੀਂ ਲੋਕ ਇਹਨੂੰ ਕਿਤਾਬ ਦਾ ਹਿੱਸਾ ਸਮਝੋ ਹਾਲਾਂ ਉਹ ਕਿਤਾਬ ਦਾ ਹਿੱਸਾ ਨਹੀਂ ਹੁੰਦਾ ਤੇ ਆਖਦੇ ਨੇ ਕਿ ਉਹ ਰੱਬ ਵੱਲੋਂ ਲਾਇਆ ਗਿਆ ਹੈ ਹਾਲਾਂ ਉਹ ਰੱਬ ਦੇ ਕੋਲ ਹੁੰਦਾ ਤੇ ਜਾਣਦਿਆਂ ਹੋਇਆਂ ਰੱਬ ਦੇ ਬਾਰੇ ਝੂਠ ਬੋਲਦੇ ਨੇ।
ما كان لبشر أن يؤتيه الله الكتاب والحكم والنبوة ثم يقول للناس كونوا عبادا لي من دون الله ولكن كونوا ربانيين بما كنتم تعلمون الكتاب وبما كنتم تدرسون ولا يأمركم أن تتخذوا الملائكة والنبيين أربابا أيأمركم بالكفر بعد إذ أنتم مسلمون ਇਹ ਕਦੀ ਨਹੀਂ ਹੋ ਸਕਦਾ ਕਿ ਰੱਬ ਇੱਕ ਬੰਦੇ ਨੂੰ ਕਿਤਾਬ, ਅਕਲ ਤੇ ਨਬੂਵਤ ਦੇਵੇ, ਫਿਰ ਉਹ ਲੋਕਾਂ ਨੂੰ ਆਖੇ ਕਿ ਰੱਬ ਨੂੰ ਛੱਡ ਕੇ ਮੇਰੇ ਬੰਦੇ ਬਣ ਜਾਓ, ਬਲਕਿ ਉਹ ਇਹ ਆਖੇਗਾ ਤੁਸੀਂ ਲੋਕੀ ਰੱਬ ਵਾਲੇ ਬਣ ਜਾਓ, ਇਸ ਲਈ ਕਿ ਤੁਸੀਂ ਲੋਕੀ ਦੂਜਿਆਂ ਨੂੰ ਰੱਬ ਦੀ ਕਿਤਾਬ ਸਿਖਾਉਂਦੇ ਸੋ ਤੇ ਆਪ ਵੀ ਇਹਨੂੰ ਪੜ੍ਹਦੇ ਸੋ। ਤੇ ਇਹ ਵੀ ਕਦੀ ਨਹੀਂ ਹੋ ਸਕਦਾ ਕਿ ਉਹ ਤੁਹਾਨੂੰ ਫਰਿਸ਼ਤਿਆਂ ਤੇ ਨਬੀਆਂ ਨੂੰ ਰੱਬ ਬਣਾ ਲੈਣ ਦਾ ਹੁਕਮ ਦੇਵੇ ਕਿ ਉਹ ਤੁਹਾਨੂੰ ਮੁਸਲਮਾਨ ਹੋ ਜਾਣ ਤੋਂ ਬਾਅਦ ਤੁਹਾਨੂੰ ਕੁਫਰ ਦਾ ਹੁਕਮ ਦੇਵੇਗਾ। وَإِذْ أَخَذَ اللَّهُ مِيثَاقَ النَّبِيِّينَ لَمَا آتَيْتُكُم مِّن كِتَابٍ وَحِكْمَةٍ ثُمَّ جَاءَكُمْ رَسُولٌ مُصَدِّقٌ لما معكم لتؤمنن به ولتنصرنه قال أأقررتم وأخذتم على ذلكم إصري قالوا أقررنا قال فاشهدوا وأنا معكم من الشاهدين فمن تولى بعد ذلك فأولئك هم الفاسقون ਤੇ ਜਦੋਂ ਰੱਬ ਨੇ ਨਬੀਆਂ ਕੋਲੋਂ ਵਾਅਦਾ ਲਿਆ ਕਿ ਮੈਂ ਤੁਹਾਨੂੰ ਜਿਹੜੀ ਕਿਤਾਬ ਤੇ ਹਕਮਤ ਦੇਵਾਂ, ਫਿਰ ਤੁਹਾਡੇ ਕੋਲ ਕੋਈ ਰਸੂਲ ਆਵੇ ਜਿਹੜਾ ਤੁਹਾਡੀਆਂ ਸ਼ੈਵਾਂ ਦੀ ਸੱਚਾਈ ਆਖੇ ਤੇ ਉਹਦੇ ਉੱਤੇ ਜ਼ਰੂਰ ਈਮਾਨ ਲੈ ਆਓਗੇ ਤੇ ਉਹਦੀ ਜ਼ਰੂਰ ਮਦਦ ਕਰੋਗੇ। ਰੱਬ ਨੇ ਆਖਿਆ ਕਿ ਕੀ ਤੁਸੀਂ ਲੋਕਾਂ ਨੇ ਇਕਰਾਰ ਕਰ ਲਿਆ ਤੇ ਉਹਦੇ ਉੱਤੇ ਮੇਰਾ ਵਾਅਦਾ ਕਬੂਲ ਕਰ ਲਿਆ? ਉਹਨਾਂ ਆਖਿਆ ਕਿ ਅਸੀਂ ਇਕਰਾਰ ਕੀਤਾ। ਰੱਬ ਨੇ ਆਖਿਆ ਬਸ ਤੁਸੀਂ ਲੋਕੀ ਗਵਾਹ ਰਹੋ ਤੇ ਮੈਂ ਵੀ ਤੁਹਾਡੇ ਨਾਲ ਗਵਾਹਾਂ ਵਿੱਚੋਂ ਆ। ਬਸ ਇਸ ਤੋਂ ਬਾਅਦ ਜਿਹੜਾ ਫਿਰਿਆ ਉਹੀ ਲੋਕੀ ਭੈੜੇ ਨੇ। أفغير دين الله يبغون وله أسلم من في السماوات والأرض طوعا وكرها وإليه يرجعون قل آمنا بالله وما أنزل علينا وما أنزل على إبراهيم وإسماعيل وإسحاق ويعقوب والأسباط وما أنزل على إبراهيم وإسماعيل وإسحاق ويعقوب والأسباط وما أوتي
أوتي موسى وعيسى والنبيون من ربهم وما أوتي موسى وعيسى والنبيون من ربهم لا نفرق بين أحد منهم ونحن له مسلمون ਤੇ ਕੀ ਉਹ ਰੱਬ ਦੇ ਦੀਨ ਸਿਵਾ ਕੋਈ ਦੂਜਾ ਦੀਨ ਚਾਹੁੰਦੇ ਨੇ? ਹਾਲਾਂ ਅਸਮਾਨਾਂ ਤੇ ਜ਼ਮੀਨ ਵਿੱਚ ਜੋ ਕੁਝ ਹੈ ਸਾਰਿਆਂ ਨੇ ਖੁਸ਼ੀ ਨਾਲ ਜਾਂ ਬਗੈਰ ਖੁਸ਼ੀ ਨਾਲ ਉਹਦੇ ਸਾਹਮਣੇ ਹੀ ਸਿਰ ਨੀਵਾਂ ਕੀਤਾ ਹੋਇਆ ਹੈ ਤੇ ਸਾਰੇ ਹੀ ਉਹਦੇ ਵੱਲ ਪਰਤਾਏ ਜਾਣਗੇ। ਤੁਸੀਂ ਆਖ ਦੇਵੋ ਕਿ ਅਸੀਂ ਰੱਬ ਤੇ ਈਮਾਨ ਲੈ ਆਏ ਤੇ ਉਹਦੇ ਉੱਤੇ ਜਿਹੜਾ ਸਾਡੇ ਤੇ ਲਾਇਆ ਗਿਆ ਤੇ ਜਿਹੜਾ ਇਬਰਾਹੀਮ ਅਲੈਹਿਸਲਾਮ ਤੇ ਇਸਮਾਈਲ ਅਲੈਹਿਸਲਾਮ ਤੇ ਇਸਹਾਕ ਅਲੈਹਿਸਲਾਮ ਤੇ ਯਕੂਬ ਅਲੈਹਿਸਲਾਮ ਤੇ ਉਹਦੀ ਔਲਾਦ ਤੇ ਲਾਇਆ ਗਿਆ ਤੇ ਜਿਹੜਾ ਮੂਸਾ ਅਲੈਹਿਸਲਾਮ ਤੇ ਈਸਾ ਅਲੈਹਿਸਲਾਮ ਤੇ ਦੂਜੇ ਨਬੀਆਂ ਨੂੰ ਉਹਨਾਂ ਦੇ ਰੱਬ ਵੱਲੋਂ ਦਿੱਤਾ ਗਿਆ। ਅਸੀਂ ਇਹਨਾਂ ਦੇ ਵਿੱਚ ਕੋਈ ਫਰਕ ਨਹੀਂ ਕਰਦੇ ਤੇ ਅਸੀਂ ਉਹਦੇ ਹੀ ਲਈ ਆਪਣੀ ਗਿੱਚੀ ਨੀਵੀਂ ਕੀਤੀ ਹੋਈ ਏ। وَمَن يَبْتَغِ غَيْرَ الْإِسْلَامِ دِينًا فَلَن يُقْبَلَ مِنْهُ وَهُوَ فِي الْآخِرَةِ مِنَ الْخَاسِرِينَ ਤੇ ਜਿਹੜਾ ਬੰਦਾ ਇਸਲਾਮ ਦੇ ਸਿਵਾ ਦੂਜਾ ਦੀਨ ਚਾਹੇਗਾ ਤੇ ਉਹਦੇ ਵੱਲੋਂ ਕਬੂਲ ਨਹੀਂ ਕੀਤਾ ਜਾਵੇਗਾ ਤੇ ਉਹ ਆਖਿਰਤ ਵਿੱਚ ਘਾਟਾ ਪਾਉਣ ਵਾਲਿਆਂ ਵਿੱਚੋਂ ਹੋਵੇਗਾ। كيف يهدي الله قوما كفروا بعد إيمانهم وشهدوا أن الرسول حق وجاءهم البينات والله لا يهدي القوم الظالمين أولئك جزاؤهم أن عليهم لعنة الله والملائكة والناس أجمعين خالدين فيها لا يخفف عنهم العذاب ولا هم ينظرون إلا الذين تابوا من بعد ذلك وأصلحوا فإن الله غفور رحيم ਰੱਬ ਤਾਲਾ ਕਿੰਜ ਹਿਦਾਇਤ ਦੇਵੇਗਾ ਇਹੋ ਜਿਹੇ ਲੋਕਾਂ ਨੂੰ ਜਿਹੜੇ ਈਮਾਨ ਲਿਆਉਣ ਤੋਂ ਬਾਅਦ ਦੂਜੀ ਵਾਰੀ ਕਾਫਰ ਹੋ ਗਏ ਤੇ ਆਪਣੀ ਐਸ ਗਵਾਹੀ ਦੇ ਬਾਅਦ ਕਿ ਰਸੂਲ ਸੱਚਾ ਹੈ ਤੇ ਉਹਨਾਂ ਦੇ ਕੋਲ ਖੁੱਲੀਆਂ ਨਿਸ਼ਾਨੀਆਂ ਆਉਣ ਤੋਂ ਬਾਅਦ ਤੇ ਰੱਬ ਤਾਲਾ ਜ਼ਾਲਿਮ ਕੌਮਾਂ ਨੂੰ ਹਿਦਾਇਤ ਨਹੀਂ ਦਿੰਦਾ। ਇਹੋ ਜਿਹੇ ਲੋਕਾਂ ਦਾ ਬਦਲਾ ਇਹ ਵੇ ਕਿ ਉਹਨਾਂ ਉੱਤੇ ਰੱਬ ਤੇ ਫਰਿਸ਼ਤਿਆਂ ਤੇ ਸਾਰੀ ਦੁਨੀਆ ਵਾਲੇ ਲੋਕਾਂ ਦੀ ਲਾਨਤ ਪੈ ਗਈ। ਉਹ ਲੋਕੀ ਉਹਦੇ ਵਿੱਚ ਹਮੇਸ਼ਾ ਹੀ ਰਹਿਣਗੇ। ਨਾ ਉਹਨਾਂ ਦਾ ਅਜ਼ਾਬ ਹੌਲਾ ਕੀਤਾ ਜਾਵੇਗਾ ਤੇ ਨਾ ਹੀ ਉਹਨਾਂ ਨੂੰ ਮੋਹਲਤ ਦਿੱਤੀ ਜਾਵੇਗੀ। ਪਰ ਉਹ ਲੋਕੀ ਜਿਨ੍ਹਾਂ ਨੇ ਇਸ ਤੋਂ ਬਾਅਦ ਤੌਬਾ ਕਰ ਲਈ ਤੇ ਆਪਣੇ ਆਪ ਨੂੰ ਠੀਕ ਕਰ ਲਿਆ ਤੇ ਬਿਲਾ ਸ਼ੱਕ ਰੱਬ ਬਹੁਤ ਬਖਸ਼ਿਸ਼ ਕਰਨ ਵਾਲਾ ਤੇ ਰਹਿਮ ਕਰਨ ਵਾਲਾ ਹੈ। إن الذين كفروا بعد إيمانهم ثم ازدادوا كفرا لن تقبل توبتهم وأولئك هم الضالون إن الذين كفروا وماتوا وهم كفار فلن يقبل من أحدهم ملء الأرض ذهبا ولو افتدى به أولئك لهم عذاب أليم وما لهم من ناصرين ਬਿਲਾ ਸ਼ੱਕ ਜਿਹੜੇ ਲੋਕੀ ਈਮਾਨ ਲਿਆਉਣ ਤੋਂ ਬਾਅਦ ਦੂਜੀ ਵਾਰੀ ਕਾਫਿਰ ਹੋ ਗਏ
फिर उन्हां दा कुफर वधदा गया, उन्हां दी तौबा मंजूर नहीं कीती जावेगी ते ओही लोकी पैड़ी राह ते हैगे ने। बिलाशक जिन्हां लोकां ने कुफर कीता ते कुफर दी हालत विच ही मर गए, उन्हां वल्लों सारी जमीन दा सोना भी सदके दे तौर ते मंजूर नहीं कीता जावेगा। उन्हां लई डाढा अजाब होवेगा ते कोई उन्हां दी मदद करन वाला नहीं होवेगा।